ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, ਗੁਰਸ਼ਰਨ ਸੇਖੋਂ, 22693 Hesperian Boulevard, Suite 250, Hayward, California. Call 510-200-9988। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ। ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਸ਼ਮਾਦਾਨ 'ਚ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸ਼ੁਕਰੀਆ, ਮਿਹਰਬਾਨੀ ਦਲਵੀਰ ਜੀ, ਵੈਲਕਮ। ਢਿੱਲੋਂ ਸਾਹਿਬ, ਬੜੀ ਖੁਸ਼ੀ ਜਿਹੜੀ ਹੈਗੀ ਆ ਭਾਰਤ ਦੇ ਵਿੱਚ ਮਨਾਈ ਜਾ ਰਹੀ ਹੈ। 4 ਦਹਾਕਿਆਂ ਬਾਅਦ ਭਾਰਤ ਦੀ ਹਾਕੀ ਟੀਮ ਜਿਹੜੀ ਆ ਉਹ ਸੈਮੀ ਫਾਈਨਲ 'ਚ ਪਹੁੰਚ ਗਈ ਹੈ। ਬਿਲਕੁਲ ਜੀ, ਭਾਰਤ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਤੇ ਖੁਸ਼ੀ ਦੀ ਗੱਲ ਪੰਜਾਬ ਲਈ ਵੀ ਹੈ ਜੀ। ਤੇ ਖੁਸ਼ੀ ਦੀ ਗੱਲ ਕੱਲੀ ਪੰਜਾਬ ਤੇ ਭਾਰਤ ਲਈ ਨਹੀਂ, ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਆ ਉਹਨਾਂ ਲਈ ਹੈ ਜੀ। ਸਾਡੀ ਹਾਕੀ ਦੀ ਖੇਡ, ਜਿਹੜੀ ਹਾਕੀ ਨੂੰ ਹਾਕਮਾਂ ਨੇ ਅਣਗੌਲਿਆਂ ਕੀਤਾ ਸੀ ਔਰ ਉਹਦੇ ਥਾਂ ਦੇ ਉੱਤੇ ਅੰਗਰੇਜ਼ੀ ਖੇਡਾਂ ਨੇ ਲੈ ਲਈ ਸੀ, ਉਹਨੂੰ ਲੋਕ ਭੁੱਲ ਭੁਲਾ ਗਏ ਸੀ। ਅੱਜ ਦੀ ਨੌਜਵਾਨ ਪੀੜ੍ਹੀ 'ਚ ਤੁਸੀਂ ਪੁੱਛ ਲਓ ਕਿਸੇ ਨੂੰ, ਧਿਆਨ ਚੰਦ ਜੀ,
ਸ਼ਾਇਦ ਮੇਰਾ ਖਿਆਲ ਘੱਟ ਬੰਦਿਆਂ ਨੂੰ ਪਤਾ ਹੋਊਗਾ ਵੀ ਧਿਆਨ ਚੰਦ ਕੌਣ ਸੀ। ਤੇ ਧਿਆਨ ਚੰਦ ਮੈਂ ਸਮਝਦਾ ਕਿ ਭਾਰਤੀ ਖੇਡ ਜਗਤ ਦਾ ਉਹ ਧਰੂਹ ਤਾਰਾ ਸੀ ਜਿਹਨੇ ਹਾਕੀ ਦੇ ਵਿੱਚ ਜਾਦੂਈ ਕਲਾ ਦਿਖਾਉਂਦਿਆਂ ਬਹੁਤ ਵੱਡਾ ਜਿਹੜਾ ਮੁਕਾਮ ਹਾਸਲ ਕੀਤਾ ਸੀ ਜੀ। ਐਥਲੈਟਿਕਸ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਬਹੁਤ ਵੱਡੇ ਦੌੜਾਕ ਸਾਡੇ ਦਰਮਿਆਨ ਰਹੇ ਨਹੀਂ ਪਿਛਲੇ ਦਿਨਾਂ 'ਚ, ਸਾਨੂੰ ਵਿਛੋੜਾ ਦੇ ਗਏ ਮਿਲਖਾ ਸਿੰਘ। ਮੈਂ ਸਮਝਦਾ ਕਿ ਇਹ ਭਾਰਤ ਦੇ ਦੋ ਮਹਾਨ ਜਿਹੜੇ ਸਪੋਰਟਸ ਪਰਸਨ ਸੀ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਸਾਡੇ ਖਿਡਾਰੀਆਂ ਨੇ ਦਿੱਤੀ ਹੈ ਜੀ। ਪਹਿਲੀ ਗੱਲ ਤਾਂ ਇਹ ਕਿ ਜੇ ਅਸੀਂ ਦੇਖੀਏ 1980 ਦੇ ਵਿੱਚ ਓਲੰਪਿਕ ਗੇਮਾਂ ਹੋਈਆਂ ਸੀ ਜੀ, ਉਹਦੇ ਵਿੱਚ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ ਓਲੰਪਿਕ ਦੀਆਂ ਗੇਮਾਂ। ਤੇ 80 ਤੋਂ ਬਾਅਦ ਹਾਕੀ ਹੈ ਜਿਹੜੀ ਉਹ ਰਲੀ ਗਈ ਸੀ ਜੀ। ਭਾਰਤ ਦਾ ਕਿਤੇ ਨਾਂ ਨਕਸ਼ਾ ਹੈ ਨਹੀਂ ਸੀ। ਜੇ ਆਪਾਂ ਸੈਮੀਫਾਈਨਲ ਦੀ ਗੱਲ ਕਰੀਏ ਤਾਂ ਸੈਮੀਫਾਈਨਲ 1980 ਦੇ ਵਿੱਚ ਨਹੀਂ ਸੀ ਹੋਇਆ ਜੀ, ਉਹ 72 ਦੇ ਵਿੱਚ ਹੋਇਆ ਸੀ ਜੀ। ਉਦੋਂ ਵੀ ਭਾਰਤ ਦੀ ਜਿਹੜੀ ਹੈਗੀ ਟੀਮ, ਮਰਦਾਂ ਦੀ ਟੀਮ ਹੈ ਜਿਹੜੀ, ਉਹ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਸੀ। ਤੇ ਜੇ ਆਪਾਂ ਦੇਖੀਏ 72 ਤੋਂ ਲੈ ਕੇ 21 ਇੰਨਾ ਲੰਬਾ ਸਮਾਂ, 4 ਦਹਾਕਿਆਂ ਤੋਂ ਵੱਧ ਸਮਾਂ ਜੀ ਹੋ ਗਿਆ ਸੈਮੀਫਾਈਨਲ 'ਚ ਨਹੀਂ ਸੀ ਪਹੁੰਚੇ। ਹੁਣ ਸੈਮੀਫਾਈਨਲ 'ਚ ਪਹੁੰਚ ਗਏ ਹੈ ਔਰ ਭਾਰਤ ਦੀ ਟੀਮ ਨੇ ਗ੍ਰੇਟ ਬ੍ਰਿਟਨ ਨੂੰ 3-1 ਦੇ ਫਰਕ ਨਾਲ ਹਾਰਿਆ ਹੈ। ਤੇ ਅੱਜ ਮੇਰਾ ਖਿਆਲ ਮੁਕਾਬਲਾ ਜਿਹੜਾ ਹੈਗਾ ਬੈਲਜੀਅਮ ਨਾਲ ਹੋਣਾ ਹੈ। ਦੂਜਾ ਜਿਹੜਾ ਸੈਮੀਫਾਈਨਲ ਹੈ ਉਹਦੇ 'ਚ ਜਰਮਨੀ ਤੇ ਆਸਟ੍ਰੇਲੀਆ ਹੋਣਗੇ ਆਮੋ ਸਾਹਮਣੇ। ਤੇ ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਫਾਈਨਲ ਦਾ ਹੁੰਦਾ ਵੀ ਕੌਣ ਕਿਧਰੋਂ ਕੀ ਨਿਕਲ ਕੇ ਆਉਂਦਾ ਹੈ ਜੀ। ਇਹ ਤੋਂ ਪਹਿਲਾਂ ਆਪਾਂ ਦੇਖੀਏ ਤਾਂ ਸਾਡੀ ਖਿਡਾਰਨ PV ਸਿੰਧੂ ਨੇ ਬੈਡਮਿੰਟਨ ਦੇ ਵਿੱਚ ਪਹਿਲੀ ਔਰਤ ਹੈ ਭਾਰਤ ਦੀ ਜੀ, ਜਿਹਨੇ 2 ਓਲੰਪਿਕਾਂ ਦੇ ਵਿੱਚ, ਮਤਲਬ ਜਿਹੜੀਆਂ 2 ਓਲੰਪਿਕ ਦੀਆਂ 2 ਗੇਮਾਂ ਦੇ ਵਿੱਚ 2 ਤਮਗੇ ਲਏ, ਨਹੀਂ ਤਾਂ ਇਹ ਤੋਂ ਪਹਿਲਾਂ ਕੋਈ ਔਰਤ ਲੈ ਨਹੀਂ ਸਕੀ ਜੀ। ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਤੇ ਫਿਰ ਆਪਾਂ ਗੱਲ ਤੇ ਵੀ ਜਿਤਾਉਣੇ ਹਾਂ ਕਿਉਂਕਿ ਅਸੀਂ ਵੀ ਭਾਰਤ ਦੇ ਵਸਨੀਕ ਹਾਂ, ਲੇਕਿਨ ਆਪਦਾ ਘਰ, ਆਪਦਾ ਸੂਬਾ, ਆਪਦਾ ਪਰਿਵਾਰ ਆਪਦਾ ਹੀ ਹੁੰਦਾ ਹੈ। ਇੱਕੋ ਆਪਣੀ ਕਹਾਣੀ ਹੈ, ਕਹਾਵਤ ਹੈ ਪੰਜਾਬ ਦੀ ਕਿ ਜੇ ਆਪਦਾ ਮਾਰੂ ਤਾਂ ਸ਼ਾਮੇ ਸਿੱਟੂ ਜੀ। ਉਹ ਬਾਹਰ ਨਹੀਂ ਸੁੱਟਦਾ। ਸੋ ਜਦੋਂ ਆਪਣੇ ਘਰ ਦੇ ਵਿੱਚ ਖੁਸ਼ੀ ਹੁੰਦੀ ਹੈ, ਆਪਣੇ ਕੋਈ ਬੰਦੇ ਪ੍ਰਾਪਤੀ ਕਰਦੇ ਆ, ਤਾਂ ਉਹਦਾ ਇੱਕ ਜਿਹੜਾ ਹੈਗਾ ਲੁਤਫ, ਸਵਾਦ ਇੱਕ ਅਲੱਗਾ ਜਿਹਾ ਹੁੰਦਾ ਹੈ ਜੀ। ਕੱਲ ਜੇ ਸਾਡੀ ਮਤਲਬ ਜਿਹੜੀ ਹੈਗੀ ਹੈ ਹਾਕੀ ਦੀ ਟੀਮ ਨੇ, ਮਰਦਾਂ ਦੀ ਹਾਕੀ ਦੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਪਹੁੰਚ ਕੇ ਆਪਣਾ ਇੱਕ 4 ਦਹਾਕਿਆਂ ਤੋਂ ਉੱਪਰ ਦਾ ਰਿਕਾਰਡ ਜਿਹੜਾ ਹੈਗਾ ਦੁਬਾਰਾ ਫੇਰ ਬਣਾਇਆ। ਤੇ ਅੱਜ ਕੁੜੀਆਂ ਦੀ ਟੀਮ ਨੇ ਵੀ ਫਿਰ ਛੱਕੇ ਛਡਾਤੇ ਜੀ। ਕੁੜੀਆਂ ਦੀ ਟੀਮ ਵੀ ਅੱਜ ਸਾਡੀ ਜਿਹੜੀ ਹੈਗੀ ਆ ਉਹ ਸੈਮੀਫਾਈਨਲ 'ਚ ਪਹੁੰਚ ਗਈ ਜੀ। ਔਰ ਪੰਜਾਬ ਦੀ ਇੱਕ ਧੀ ਨੇ ਸਮਝੋ ਤੁਸੀਂ ਆਸਟ੍ਰੇਲੀਆ ਨੂੰ, ਜਿਹੜੀ ਬੜੀ ਤਕੜੀ ਉਹਨਾਂ ਦੀ ਟੀਮ ਹੈਗੀ, ਉਹਨਾਂ ਨੂੰ ਹਰਾਤਾ 1 ਦੇ ਫਰਕ ਨਾਲ ਜੀ। ਸੈਮੀਫਾਈਨਲ ਦੇ ਵਿੱਚ ਇਹ ਵੀ ਪਹੁੰਚ ਗਈ ਹੈ। ਸੋ ਓਲੰਪਿਕ ਗੇਮਾਂ ਚੱਲਦੀਆਂ ਟੋਕੀਓ ਦੇ ਵਿੱਚ, ਸਾਨੂੰ ਉਮੀਦ ਹੈ, ਵੈਸੇ ਤਾਂ ਦੁਨੀਆ ਭਰ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਕਿ ਮਰਦਾਂ ਦੇ ਮੁਕਾਬਲਤਨ ਔਰਤਾਂ ਜ਼ਿਆਦਾ ਤਮਗੇ ਹਾਸਲ ਕਰ ਰਹੀਆਂ ਜੀ। ਅਮਰੀਕਾ ਦੇ ਵਿੱਚ ਵੀ ਅਮਰੀਕਾ ਦੀ ਜਿਹੜੀਆਂ ਟੀਮਾਂ ਉਹਦੇ ਵਿੱਚ ਵੀ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਨੇ ਹਾਸਲ ਕੀਤੇ ਜੀ। ਚਾਈਨਾ ਦੇ ਮਰਦਾਂ ਨਾਲੋਂ ਚਾਈਨਾ ਦੀਆਂ ਕੁੜੀਆਂ ਨੇ ਜ਼ਿਆਦਾ ਹਾਸਲ ਕੀਤੇ ਹੈ ਜੀ। ਔਰ ਮੈਂ ਤਾਂ ਸਮਝਦਾ ਵੀ ਉਹ ਇੱਕ ਨਾਰਾ ਲੱਗਦਾ ਹੁੰਦਾ ਆਮ ਤੌਰ 'ਤੇ ਪੋਲੀਟੀਕਲ ਕਾਨਫਰੰਸਾਂ ਦੇ ਵਿੱਚ, ਜਦੋਂ ਪੋਲੀਟੀਕਲ ਪਾਰਟੀਆਂ ਆਪਣੀਆਂ ਰੈਲੀਆਂ ਵਗੈਰਾ ਕਰਦੀਆਂ, ਖਾਸ ਕਰਕੇ ਔਰਤਾਂ ਦੀਆਂ ਕਰਦੀਆਂ, ਔਰ ਔਰਤ ਕਾਰਕੁਨਾਂ ਨਾਰਾ ਲਾਉਂਦੀਆਂ ਹੁੰਦੀਆਂ ਅੱਧੀ ਆਬਾਦੀ ਪੂਰਾ ਹੱਕ ਜੀ। ਤੇ ਹੁਣੇ ਮੈਨੂੰ ਇਹ ਲੱਗਦਾ ਵੀ ਅੱਧੀ ਆਬਾਦੀ ਦਾ ਦੁਨੀਆ ਤੇ ਪੂਰਾ ਹੱਕ ਹੋ ਗਿਆ ਜੀ। ਬਹੁਤ ਵੱਡੀ ਪ੍ਰਾਪਤੀ ਗੱਲ ਹੈ। ਜਿਹੜੀਆਂ ਧੀਆਂ ਨੂੰ ਇੱਕ ਕਿਸੇ ਜ਼ਮਾਨੇ ਦੇ ਵਿੱਚ ਇਹ ਬੋਝ ਸਮਝਿਆ ਜਾਂਦਾ ਸੀ, ਸੰਤਾਪ ਸਮਝਿਆ ਜਾਂਦਾ ਸੀ, ਜਿਨ੍ਹਾਂ ਧੀਆਂ ਨੂੰ ਹੁਣ ਤਾਂ ਕੁੱਖਾਂ 'ਚ ਮਾਰਨ ਲੱਗ ਗਏ। ਕੋਈ ਜ਼ਮਾਨਾ ਹੁੰਦਾ ਸੀ ਤਾਂ ਕੁੱਖਾਂ 'ਚ ਨਹੀਂ ਸੀ ਮਰਦੀਆਂ ਜੀ। ਧੀ ਜੰਮਦੀ ਹੁੰਦੀ ਸੀ ਤੇ ਫਿਰ ਜਿਉਂਦੀ ਧੀ ਨੂੰ ਜਨਮ ਲੈਂਦਿਆਂ ਸਾਰੀ ਪਾਣੀ ਦੇ ਬੱਠਲ 'ਚ ਡੋਬ ਕੇ ਮਾਰ ਦਿੱਤਾ ਜਾਂਦਾ ਸੀ ਔਰ ਇਹ ਕਹਿ ਦਿੱਤਾ ਜਾਂਦਾ ਸੀ ਕਿ ਪੱਥਰ ਵੱਜਿਆ ਫਲਾਣੇ ਦੇ ਸਿਰ ਤੇ ਜਦੋਂ ਧੀ ਜੰਮਦੀ ਹੈ। ਲੇਕਿਨ ਹੁਣ ਧੀਆਂ ਕਿੱਡੇ ਕਿੱਡੇ ਕੀਰਤੀਮਾਨ ਸਥਾਪਿਤ ਕਰਦੀਆਂ। ਮੈਂ ਪੰਜਾਬ ਦੀਆਂ ਧੀਆਂ ਨੂੰ, ਭਾਰਤ ਦੀਆਂ ਧੀਆਂ ਨੂੰ ਤੇ ਭਾਰਤ ਦੇ ਜਿਹੜੇ ਮੁੰਡੇ ਆ, ਲੜਕੇ ਹੈ, ਜਿਨ੍ਹਾਂ ਨੇ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਨਾਂ ਦੀ ਬੜੀ ਤਸੱਲੀ ਬਖਸ਼ ਹੈ, ਉਹਦੀ ਵਧਾਈ ਵੀ ਦੇਣਾ। ਤੇ ਨਾਲ ਪ੍ਰਬੰਧਕਾਂ ਨੂੰ ਵੀ, ਖਾਸ ਕਰਕੇ ਜਿਹੜਾ ਪ੍ਰਬੰਧਕਾਂ ਨੇ ਧਿਆਨ ਦਿੱਤਾ ਗੇਮਾਂ ਵਾਲੇ ਪਾਸੇ। ਭਾਰਤ ਕਿੱਡਾ ਵੱਡਾ ਦੇਸ਼ ਹੈ ਜੀ। ਜੇ ਭਾਰਤ ਦੀ ਸਰਕਾਰ ਕਿਤੇ ਪ੍ਰੋਪਰ ਧਿਆਨ ਦੇਵੇ ਗੇਮਾਂ ਵੱਲ, ਖਿਡਾਰੀਆਂ ਦੀ ਠੀਕ ਚੋਣ ਹੋਵੇ ਤੇ ਉਹਨਾਂ ਦੀ ਠੀਕ ਟ੍ਰੇਨਿੰਗ ਹੋਵੇ, ਤਾਂ ਭਾਰਤ ਕਿਸੇ ਵੀ ਮੁਕਾਬਲੇ ਦੇ ਵਿੱਚ ਪਿਛਾਂਹ ਨਹੀਂ ਰਹਿ ਸਕਦਾ। ਬਹੁਤ ਅਸੀਂ ਤਮਗੇ ਹਾਸਲ ਕਰ ਸਕਦੇ ਹਾਂ, ਲੇਕਿਨ ਫਿਰ ਵੀ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਇਹ ਤਸੱਲੀ ਬਖਸ਼ ਪ੍ਰਾਪਤੀ ਹੈ ਜੀ। ਬਿਲਕੁਲ ਢਿੱਲੋਂ ਸਾਹਿਬ, ਕੇਂਦਰ ਦੀ ਸਰਕਾਰ ਨੇ, ਤੁਸੀਂ ਦੇਖੋ, ਉਹਨਾਂ ਸਮਿਆਂ ਦੇ ਵਿੱਚ ਕਟੌਤੀ ਕੀਤੀ ਹੈ ਖੇਡ ਦੇ, ਜਿੰਨੇ ਖੇਡ ਵਿਭਾਗ ਨੇ ਉਹਨਾਂ ਦੇ ਫੰਡ ਜਿਹੜੇ ਹੈਗੇ ਆ ਉਹਦੀ ਕਟੌਤੀ ਤੋਂ ਬਾਵਜੂਦ ਆਪਣਾ ਪ੍ਰਦਰਸ਼ਨ ਜਿਹੜਾ ਹੈਗਾ ਭਾਰਤੀ ਖਿਡਾਰੀਆਂ ਦਾ ਵਧੀਆ ਰਿਹਾ। ਬਿਲਕੁਲ ਬਜਟ ਦੇ ਵਿੱਚ ਕਟੌਤੀ ਕੀਤੀ ਹੈ ਕਿ ਐਤਕੀ ਆਪਾਂ ਨੂੰ ਇਹ ਗੱਲ ਕਰਨੀ ਹੈ। ਮੈਂ 2 ਦਿਨ ਪਹਿਲਾਂ ਇੱਕ ਲਾਈਵ ਇੰਟਰਵਿਊ ਸੁਣ ਰਿਹਾ ਸੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੀ ਜੀ। ਉਹਨੇ, ਰਾਣਾ ਗੁਰਮੀਤ ਸਿੰਘ ਸੋਢੀ ਨੇ ਇੱਕ ਐਲਾਨ ਕੀਤਾ ਸੀ ਕਿ ਅਸੀਂ, ਉਹਨੇ ਐਲਾਨ ਤਾਂ ਵੈਸੇ ਪਹਿਲਾਂ ਹੀ ਪੰਜਾਬ ਸਰਕਾਰ ਦਾ ਫੈਸਲਾ ਕੀਤਾ ਹੋਇਆ ਸੀ ਕਿ ਜਿਹੜਾ ਸੋਨੇ ਦਾ ਤਮਗਾ ਜਿੱਤੂ ਜਿਹੜੀ ਟੀਮ,
ਸੋਨੇ ਦਾ ਤਮਗਾ ਜਿੱਤਣ ਵਾਲੀ ਟੀਮ ਦੇ ਕੱਲੇ ਪਲੇਅਰ ਨੂੰ ਜੀ ਕੱਲੇ ਮੈਂਬਰ ਨੂੰ 2-2 ਕਰੋੜ ਰੁਪਏ ਤੋਂ ਉੱਪਰ ਦਿੱਤਾ ਜਾਊ। ਮੇਰਾ ਖਿਆਲ 2.25 ਕਰੋੜ ਰੁਪਈਆ ਉਹਨਾਂ ਨੇ ਕੀਤਾ ਸੀ ਕਿ 2.25 ਕਰੋੜ ਰੁਪਈਆ ਦਿੱਤਾ ਜਾਊ। ਜੀ ਜਿਹੜੀ ਕ੍ਰਿਕਟ ਹੈ, ਕ੍ਰਿਕਟ ਜਿਹੜੀ ਅੰਗਰੇਜ਼ਾਂ ਦੀ ਖੇਡ ਹੈ, ਉਹਦੇ ਵਾਸਤੇ ਬੜਾ ਪੈਸਾ ਜਿਹੜਾ ਹੈਗਾ ਖਰਚ ਕੀਤਾ ਜਾਂਦਾ ਹੈ। ਕ੍ਰਿਕਟ ਦੀ ਗੇਮ ਨੂੰ ਜਿਹੜੀ ਹੈਗੀ ਹੈ ਇਸ਼ਤਿਹਾਰਬਾਜ਼ੀ ਰਾਹੀਂ ਕਮਾਈ ਵੀ ਬਹੁਤ ਹੁੰਦੀ ਹੈ ਜੀ, ਲੇਕਿਨ ਜਿਹੜੀਆਂ ਸਾਡੀਆਂ ਅਸੀਂ ਕਹਾਂਗੇ ਜਿਹੜੀਆਂ ਸਾਡੀਆਂ ਰਵਾਇਤੀ ਗੇਮਾਂ ਹੈ, ਖਾਸ ਕਰਕੇ ਜਿਵੇਂ ਕਬੱਡੀ ਹੈ, ਹਾਕੀ ਹੈ, ਇਹ ਨਜ਼ਰਅੰਦਾਜ਼ ਇਸ ਕਰਕੇ ਹੋ ਗਈਆਂ ਸੀ ਕਿ ਸਰਕਾਰਾਂ ਨੇ ਪ੍ਰੋਪਰ ਧਿਆਨ ਨਹੀਂ ਦਿੱਤਾ ਜੀ। ਇਹ ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਭਾਰਤ ਸਰਕਾਰ ਨੇ ਬਜਟ ਦੇ ਵਿੱਚ ਕਮੀ ਕਰਤੀ ਗੇਮਾਂ ਦੇ ਵਿੱਚ। ਭਾਰਤ ਸਰਕਾਰ ਨੇ ਕਿੱਥੇ ਨਹੀਂ ਕਮੀ ਕੀਤੀ। ਕਮੀ ਤਾਂ ਤੁਹਾਡੀ ਜਿਹੜੀ ਹੈਗੀ ਹੈ ਜਿਹੜਾ ਸਾਡਾ ਐਜੂਕੇਸ਼ਨ ਦਾ ਬਜਟ ਹੈ ਉਹਦੇ 'ਚ ਵੀ ਕਮੀ ਕਰਤੀ ਜੀ। ਹੈਲਥ ਦੇ ਬਜਟ ਦੇ ਵਿੱਚ ਵੀ ਜਿੰਨੀ ਹੈਲਥ ਦੇ ਵਾਸਤੇ ਬਜਟ ਰੱਖਣਾ ਚਾਹੀਦਾ ਸੀ ਉਹ ਨਹੀਂ ਰੱਖਿਆ। ਅਸੀਂ ਵਿਕਸਿਤ ਦੇਸ਼ਾਂ ਦੀ ਗੱਲ ਦੇਖੀ ਤਾਂ ਵਿਕਸਿਤ ਦੇਸ਼ਾਂ ਦੇ ਵਿੱਚ ਬਹੁਤ ਸਾਰਾ ਫੰਡ ਰੱਖਿਆ ਜਾਂਦਾ ਹੈ ਇਹਦੇ ਵਾਸਤੇ, ਹੈਲਥ ਵਾਸਤੇ, ਪਰ ਸਾਡੇ ਤਾਂ ਡੇ ਬਾਈ ਡੇ ਜਿਹੜਾ ਹੈਗਾ ਘਟਦਾ ਜਾਂਦਾ। ਆਬਾਦੀ ਵੱਧਦੀ ਜਾਂਦੀ ਹੈ, ਨਿਸਬਤ ਆਬਾਦੀ ਦੇ ਸਾਡੇ ਫੰਡ ਆ ਜਿਹੜੇ ਉਹ ਘੱਟ ਹੈ ਜੀ। ਦੂਸਰੀ ਗੱਲ ਢਿੱਲੋਂ ਸਾਹਿਬ ਸਾਹਮਣੇ ਆ ਰਹੀ ਹੈ ਜਿਹੜੀ ਖਬਰ, ਉਹ ਇਹਦੇ ਵਿੱਚ ਆ ਕਿ ਪੈਗਾਸਸ ਜਸੂਸੀ ਕਾਂਡ ਸੁਪਰੀਮ ਕੋਰਟ 'ਚ 5 ਅਗਸਤ ਨੂੰ ਜਿਹੜੀ ਆ ਉਹ ਸੁਣਵਾਈ ਸ਼ੁਰੂ ਹੋਣੀ ਹੈ। ਬਿਲਕੁਲ ਤੁਸੀਂ ਦਲਵੀਰ ਜੀ ਦੇਖਿਆ ਹੋਣਾ ਹੈ ਕਿ 2 ਹਫ਼ਤੇ ਹੋ ਗਏ ਪਾਰਲੀਮੈਂਟ ਦੀ ਕਾਰਵਾਈ ਹੈ ਜਿਹੜੀ ਰੋਜ਼ ਡਿਸਟਰਬ ਹੁੰਦੀ ਹੈ, ਅਤੇ ਉਹ ਡਿਸਟਰਬ ਹੋਣ ਦੇ ਕਾਰਨ 3 ਹੈ ਜੀ। ਪਹਿਲਾ ਕਾਰਨ ਤਾਂ ਇਹ ਹੈ ਕਿ ਕਿਸਾਨਾਂ ਨੇ ਇੱਕ ਜਿਹੜਾ ਹੈਗਾ ਜਿਹਨੂੰ ਅਸੀਂ ਕਹਾਂਗੇ ਪਬਲਿਕ ਬਜਟ, ਪਬਲਿਕ ਵਿਪ ਜੀ, ਜਨਤਕ ਵਿਪ ਜਾਰੀ ਕੀਤਾ ਹੋਇਆ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਦੇ ਨਾਂ 'ਤੇ ਕਿ ਐਤਕੀ ਦੀ ਵਾਰਾਂ ਤੁਸੀਂ ਕਿਸੇ ਨੇ ਬਾਈਕਾਟ ਨਹੀਂ ਕਰਨਾ, ਕਿਸੇ ਨੇ ਵਾਕਆਊਟ ਨਹੀਂ ਕਰਨਾ, ਤੁਸੀਂ ਪਾਰਲੀਮੈਂਟ ਦੇ ਵਿੱਚ ਹਾਜ਼ਰ ਰਹਿਣਾ ਅਤੇ ਹਾਜ਼ਰ ਰਹਿ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਉਭਾਰਨਾ ਜੀ, ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਹੈ। ਜੇ ਤੁਸੀਂ ਉਲੰਘਣਾ ਕੀਤੀ ਇਸ ਵਿਪ ਦੀ, ਇਹ ਲੋਕਾਂ ਦਾ ਵਿਪ ਹੈ। ਆਮ ਤੌਰ 'ਤੇ ਵਿਪ ਜਿਹੜੇ ਹੈਗੇ ਆ ਪਾਰਟੀਆਂ ਵੱਲੋਂ ਜਿਹੜੇ ਵਿਪ ਨਿਯੁਕਤ ਕੀਤੇ ਜਾਂਦੇ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ, ਲੇਕਿਨ ਇਹ ਪਹਿਲਾਂ ਜੇ ਕਹਾਂਗੇ ਆਪਾਂ ਵਿਪ ਕਿ ਜਿਹੜਾ ਲੋਕਾਂ ਵੱਲੋਂ ਜਾਰੀ ਕੀਤਾ ਗਿਆ ਵਿਪ ਹੈ ਕਿ ਤੁਸੀਂ ਲੋਕਾਂ ਦੀ ਗੱਲ ਕਰੋ, ਔਰ ਪਾਰਲੀਮੈਂਟ ਦੇ ਮੈਂਬਰ ਉਹਦੇ 'ਤੇ ਪਹਿਰਾ ਦੇ ਰਹੇ। ਇੱਕ ਤਾਂ ਕਾਰਨ ਇਹ ਹੈ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਹੈਗਾ ਜਾਂ ਪਾਰਲੀਮੈਂਟ ਦੀ ਕਾਰਵਾਈ ਹੈ ਜਿਹੜੀ ਉਹ ਉਹਦੇ 'ਚ ਵਿਘਨ ਪੈ ਰਿਹਾ ਲਗਾਤਾਰ ਜੀ। ਔਰ ਦੂਜਾ ਜੇ ਅਸੀਂ ਦੇਖੀਏ ਤਾਂ ਮਹਿੰਗਾਈ ਬਹੁਤ ਵਧੀ ਹੈ, ਖਾਸ ਕਰਕੇ ਜਿਹੜਾ ਡੀਜ਼ਲ ਅਤੇ ਪੈਟਰੋਲ ਆ ਉਹਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਜੀ। ਅਤੇ ਜਦੋਂ ਡੀਜ਼ਲ ਦੇ ਰੇਟ ਵੱਧਦੇ ਆ ਤਾਂ ਇਹਦਾ ਮਤਲਬ ਇਕੱਲੇ ਡੀਜ਼ਲ ਦੇ ਰੇਟ ਨਹੀਂ ਵੱਧਦੇ, ਹਰ ਚੀਜ਼ ਦੇ ਰੇਟ ਵੱਧਦੇ ਹੈ ਜੀ, ਕਿਉਂਕਿ ਖਾਣ ਪੀਣ ਵਾਲਾ ਜਿਹੜਾ ਹੈਗਾ ਸਮਾਨ ਦੀ ਢੋਆ-ਢੁਆਈ ਦੇ ਉੱਤੇ ਬਹੁਤ ਪੈਸਾ ਲੱਗਦਾ ਹੈ। ਜਿਵੇਂ ਜਿਵੇਂ ਉਹਦੇ ਵਿੱਚ ਵਧੀ ਜਾਂਦਾ ਭਾੜਾ ਕਿਰਾਇਆ ਵਧਣਾ, ਅਤੇ ਭਾੜਾ ਕਿਰਾਇਆ ਖਪਤਕਾਰਾਂ ਦਾ ਹੀ ਪੈਣਾ, ਜਿਨ੍ਹਾਂ ਨੇ ਖਰੀਦਣਾ। ਕਦੇ ਵੀ ਵਪਾਰੀ ਆਪ ਨਹੀਂ ਚੱਲਦੇ, ਉਹਨਾਂ ਨੂੰ ਕੀ ਲੋੜ ਹੈ ਚੱਲਣ ਦੀ ਜੀ। ਉਹਨਾਂ ਨੇ ਮੁਨਾਫਾ ਕਮਾਉਣਾ, ਉਹਨਾਂ ਨੇ ਆਪਣਾ ਮੁਨਾਫਾ ਵੀ ਕਮਾਉਣਾ, ਅਤੇ ਜਿੰਨੀ ਕੀਮਤ ਵਧੀ ਜਾਊਗੀ ਉਹਦੇ 'ਤੇ ਬੋਝ ਪਈ ਜਾਊਗਾ, ਉਹ ਕੀਮਤ ਜਿਹੜੀ ਹੈ ਉਹ ਖਪਤਕਾਰਾਂ ਦੇ ਖਾਤੇ ਦੇ ਵਿੱਚ ਜੁੜੀ ਜਾਣੀ ਹੈ ਜੀ। ਇਸ ਕਰਕੇ ਪਾਰਲੀਮੈਂਟ ਦੇ ਵਿੱਚ ਇਹਦੇ 'ਤੇ ਵੀ ਰੌਲਾ ਪੈ ਰਿਹਾ। ਤੁਹਾਡੇ ਯਾਦ ਹੋਣਾ ਜਦੋਂ ਕਾਂਗਰਸ ਪਾਰਟੀ ਦੀ ਹਕੂਮਤ ਹੁੰਦੀ ਸੀ, ਡਾਕਟਰ ਮਨਮੋਹਨ ਸਿੰਘ ਹੁਣੀ ਪ੍ਰਧਾਨ ਮੰਤਰੀ ਹੁੰਦੇ ਸੀ, ਉਦੋਂ ਤੁਸੀਂ ਦੇਖੋ ਆਪ ਕੀ ਅਦਾਲਤ ਜੀ, ਰਾਜਤ ਸ਼ਰਮੇ ਦਾ ਇੱਕ ਪ੍ਰੋਗਰਾਮ ਹੁੰਦਾ ਸੀ। ਆਪ ਕੀ ਅਦਾਲਤ ਦੇ ਵਿੱਚ ਆ ਜਿਹੜਾ ਬਿੰਗਟ ਗਿਆ ਸਾਧ ਆ ਨਾ ਪਤੰਜਲੀ ਵਾਲਾ ਜੀ, ਰਾਮਦੇਵ ਆ ਕੇ ਬਹਿ ਗਿਆ ਸੀ ਜੀ, ਔਰ ਸਵਾਲ ਪੁੱਛ ਰਿਹਾ ਸੀ ਲੋਕਾਂ ਨੂੰ ਕਿ ਤੁਹਾਨੂੰ 20 ਰੁਪਏ ਪੈਟਰੋਲ ਚਾਹੀਦਾ ਕਿ ਜ਼ਿਆਦਾ ਚਾਹੀਦਾ ਜੀ। ਜਿਹੜੇ ਸਾਹਮਣੇ ਬੈਠੇ ਲੋਕ ਕਹਿੰਦੇ ਚਾਹੀਦਾ, ਕਹਿੰਦੇ ਫਿਰ ਆਹ ਸਰਕਾਰ ਲੈ ਕੇ ਉਹ 20 ਰੁਪਏ ਦਿਓ। ਅਤੇ ਇਸ ਵੇਲੇ ਹਾਲਤ ਕੀ ਹੈ ਪੈਟਰੋਲ ਦੀ? ਪੈਟਰੋਲ ਜਿਹੜਾ ਹੈਗਾ 107-8 ਰੁਪਏ ਤੱਕ ਪਹੁੰਚ ਗਿਆ ਜੀ। ਇਹੀ ਚੀਜ਼ ਜਿਹੜੀ ਹੈ ਡੀਜ਼ਲ ਦੀ ਪਹੁੰਚੀ ਹੋਈ ਹੈ। ਉਦੋਂ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਅੱਛੇ ਦਿਨ ਆਉਣਗੇ, ਅੱਛੇ ਦਿਨਾਂ ਦੀ ਬਜਾਏ ਬੁਰੇ ਦਿਨ ਆ ਗਏ ਜੀ। ਅਤੇ ਹੁਣ ਤੁਸੀਂ ਦੇਖਿਆ ਹੋਣਾ ਵੀ ਰਾਹੁਲ ਗਾਂਧੀ ਟਰੈਕਟਰ ਲੈ ਕੇ ਗਿਆ ਸੀ 2 ਗੱਲਾਂ ਕਰਕੇ। ਇੱਕ ਤਾਂ ਉਹ ਕਿਸਾਨਾਂ ਦਾ ਪ੍ਰਤੀਕ ਹੈ ਟਰੈਕਟਰ, ਜੀ, ਪਾਰਲੀਮੈਂਟ ਦੇ ਵਿੱਚ ਟਰੈਕਟਰ 'ਤੇ ਗਿਆ ਸੀ। ਦੂਜੀ ਇਹ ਹੈ ਕਿ ਜਿਹੜੇ ਹੈਗੇ ਆ ਰੇਟ ਜਿਹੜੇ ਆ ਵੱਧ ਰਹੇ ਆ ਬਹੁਤ ਜ਼ਿਆਦਾ ਤੇਲਾਂ ਦੇ, ਅਤੇ ਉਹਦੇ ਵਾਸਤੇ ਵੀ ਪ੍ਰੋਟੈਸਟ ਕਰਨ ਦਾ ਇੱਕ ਵਧੀਆ ਤਰੀਕਾਕਾਰ ਸੀ। ਠੀਕ ਹੈ ਜੀ। ਉਹਦੇ 'ਤੇ ਕੇਸ ਰਜਿਸਟਰ ਕੀਤਾ ਹੈ ਰਾਹੁਲ ਗਾਂਧੀ ਦੇ ਖਿਲਾਫ ਵੀ, ਜਿਹੜੇ ਨਾਲ ਉਹਦੇ ਪਾਰਲੀਮੈਂਟ ਦੇ ਮੈਂਬਰ ਸੀਗੇ ਪੰਜਾਬ ਦੇ ਅਤੇ ਹਰਿਆਣਾ ਦੇ, ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ ਕੀਤਾ ਹੈ ਜੀ। ਸ਼ਾਇਦ ਕਹਿੰਦੇ ਉਹ ਟਰੈਕਟਰ ਵੀ ਬਰਾਮਦ ਕਰ ਲਿਆ, ਪੁਲਿਸ ਨੇ ਉਹਨੂੰ ਵੀ ਜ਼ਬਤ ਕਰ ਲਿਆ ਸੀ। ਪਰ ਮੇਰੇ ਯਾਦ ਆ ਚੰਗੀ ਤਰ੍ਹਾਂ ਜਦੋਂ ਇੰਦਰਾ ਗਾਂਧੀ ਇਸ ਦੇਸ਼ ਦੀ ਪ੍ਰਧਾਨ ਮੰਤਰੀ ਹੁੰਦੀ ਸੀ, ਉਦੋਂ ਅਟਲ ਬਿਹਾਰੀ ਵਾਜਪਾਈ ਜੀ ਗੱਡੇ 'ਤੇ ਚੜ੍ਹ ਕੇ ਆਇਆ ਸੀ, ਗੱਡੇ 'ਤੇ ਚੜ੍ਹ ਕੇ ਆਇਆ ਸੀ ਪਾਰਲੀਮੈਂਟ ਦੇ ਵਿੱਚ। ਨਾਲ ਉਹਦੇ ਅਟਲ ਬਿਹਾਰੀ ਵਾਜਪਾਈ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ ਸੀ, ਕੁਝ ਲੋਕ ਹੋਰ ਵੀ ਸੀ। ਅਤੇ ਅਗਲੇ ਦਿਨ ਇੰਦਰਾ ਗਾਂਧੀ ਜਿਹੜੀ ਹੈਗੀ ਆ ਉਹ ਬੱਗੀ 'ਤੇ ਚੜ੍ਹ ਕੇ ਆਈ ਸੀ ਜੀ। ਅਤੇ ਹਿੰਦੀ ਦੇ ਇੱਕ ਅਖਬਾਰ ਨੇ ਉਦੋਂ ਸੁਰਖੀ ਕੱਢੀ ਸੀ, ਮੇਰੇ ਯਾਦ ਹੈ ਇੰਦਰਾ ਕਾ ਉਸਟੰਡ ਹੈ ਵਾਜਪਾਈ ਸੇ ਵੱਡਾ, ਇੰਦਰਾ ਦਾ ਉਸਟੰਡ ਹੈ ਵਾਜਪਾਈ ਨਾਲੋਂ ਵੱਡਾ। ਉਹ ਚੜ੍ਹ ਕੇ ਉਹ ਲੈ ਕੇ ਆਈ ਬੱਗੀ, ਅਤੇ ਵਾਜਪਾਈ ਲੈ ਕੇ ਆਇਆ ਗੱਡਾ। ਕੁਛ ਇਹੋ ਜਿਹੀਆਂ ਉਹ ਖਬਰਾਂ ਦੇ ਉੱਤੇ ਸੁਰਖੀਆਂ ਲੱਗਦੀਆਂ ਹੁੰਦੀਆਂ ਸੀ ਉਸ ਵੇਲੇ ਵੀ, ਹੁਣ ਵੀ ਉਹ ਜਿਹੜਾ ਹੈਗਾ। ਪਰ ਹੁਣ ਜਿਹੜੀ ਅਸਲ ਜਿਹੜੀ ਕਹਾਣੀ ਹੈ ਉਹ ਹੈ ਪੈਗਾਸਸ ਜੀ, ਜਸੂਸੀ ਕਾਂਡ। ਪਾਰਲੀਮੈਂਟ ਦੇ ਮੈਂਬਰਾਂ ਦੀ ਜਸੂਸੀ ਹੋ ਰਹੀ ਹੈ, ਵਿਰੋਧੀ ਧਿਰ ਦੇ ਆਗੂਆਂ ਦੀ ਜਸੂਸੀ ਹੋ ਰਹੀ ਹੈ, ਇਲੈਕਸ਼ਨ ਕਮਿਸ਼ਨ ਦੇ ਮੈਂਬਰ ਅਸ਼ੋਕ ਲਵਾਸਾ ਦੀ ਜਸੂਸੀ ਹੋਈ ਹੈ ਜੀ। ਔਰ ਈਵਨ ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਵੀ ਜਸੂਸੀ ਹੋਈ ਹੈ।
ਇਹ ਸਾਰੀਆਂ ਚੀਜ਼ਾਂ ਇੱਕ ਜਿਹੜੀ ਹੈ 16 ਦੇਸ਼ਾਂ ਦੀ ਜਿਹੜੀ ਆਪਾਂ ਕਹਾਂਗੇ ਤਾਲਮੇਲ, ਮੀਡੀਆ ਦਾ ਤਾਲਮੇਲ ਬਣਿਆ 16 ਦੇਸ਼ਾਂ ਦੀ ਮੀਡੀਆ ਨੇ ਜੀ ਇੱਕ ਆਪਣੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਉਹਨਾਂ ਨੇ ਪੜਤਾਲ ਕੀਤੀ ਹੈ। ਉਸ ਪੜਤਾਲ ਦੇ ਵਿੱਚ ਇਹ ਗੱਲਾਂ ਸਾਰੀਆਂ ਸਪਸ਼ਟ ਹੋ ਗਈਆਂ। ਔਰ ਇਹਦੇ ਨਾਲ ਹੀ ਤੁਸੀਂ ਦੇਖਿਆ ਹੋਣਾ ਹੈ ਕਿ ਅਮਰੀਕਾ ਦੇ ਵਿੱਚ ਵੀ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਹੈ ਕਿ ਹਾਂਜੀ ਇੱਥੇ ਜਸੂਸੀ ਹੋਈ ਹੈ। ਜੀ ਇਸੇ ਤਰ੍ਹਾਂ ਫਰਾਂਸ ਦੇ ਰਾਸ਼ਟਰਪਤੀ ਦੀ ਵੀ ਜਸੂਸੀ ਹੋਈ ਸੀ, ਉਹਨਾਂ ਨੇ ਵੀ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਔਰ ਇਜ਼ਰਾਈਲ ਵਾਲਿਆਂ ਨੇ ਕਿਹਾ ਜੀ ਅਸੀਂ ਦੀ ਪੜਤਾਲ ਕਰਵਾਉਣੇ ਆ। ਔਰ ਉਹਨਾਂ ਦੀ ਜਿਹੜੀ NSO ਹੈ ਜਿਹੜੀ ਇਹਨੂੰ ਕੰਟਰੋਲ ਕਰਦੀ ਹੈ ਸਾਰਾ ਕੁਝ, ਜਿਹਨੇ ਇਹ ਪੈਗਾਸਸ ਜਸੂਸੀ ਜਿਹੜਾ ਸਾਫਟਵੇਅਰ ਬਣਾਇਆ ਹੈ, ਜੀ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਰੇਡ ਵਗੈਰਾ ਵੀ ਕੀਤੀ, ਉੱਥੇ ਜਾ ਕੇ ਉਹਨਾਂ ਨੇ ਕੁਛ ਹਿਸਾਬ ਕਿਤਾਬ ਵੀ ਲਿਆ। ਲੇਕਿਨ ਭਾਰਤ ਦੇ ਵਿੱਚ ਭਾਰਤ ਸਰਕਾਰ ਨੂੰ ਬਾਹਲਾ ਨਹੀਂ ਪੁੱਛਦੇ, ਆਪੋਜੀਸ਼ਨ ਵਾਲੇ ਦੋ ਗੱਲਾਂ ਹੀ ਕਹਿੰਦੇ ਵੀ ਤੁਸੀਂ ਇਹ ਦੱਸੋ ਕਿ ਤੁਸੀਂ ਪੈਗਾਸਸ ਜਿਹੜਾ ਹੈਗਾ ਇਹਦਾ ਲਾਇਸੈਂਸ ਲਿਆ ਕਿ ਨਹੀਂ ਲਿਆ, ਖਰੀਦਿਆ ਕਿ ਨਹੀਂ ਲਿਆ। ਜੀ ਪੈਗਾਸਸ ਸਪਾਈ ਸਾਫਟਵੇਅਰ ਤੁਸੀਂ ਖਰੀਦਿਆ ਜਾਂ ਨਹੀਂ ਕਰਿਆ, ਦੱਸੋ ਹਾਂ ਜਾਂ ਨਾ। ਉਹ ਨਹੀਂ ਬੋਲਦੇ। ਜੀ ਫਿਰ ਉਹ ਕਹਿੰਦੇ ਕੀ ਤੁਸੀਂ ਇਹਦੀ ਭਾਰਤ ਦੇ ਵਿੱਚ ਵਰਤੋਂ ਕੀਤੀ ਕਿ ਨਹੀਂ ਕੀਤੀ, ਜੀ ਇਹਦੇ ਤੇ ਵੀ ਨਹੀਂ ਬੋਲਦੇ। ਇਦੋਂ ਅੱਗੇ ਗਾਂ ਜੇ ਆਪਾਂ ਦੇਖੀਏ ਆਪੋਜੀਸ਼ਨ ਦੇ ਨਾਲੋਂ ਰੂਲਿੰਗ ਪਾਰਟੀ ਦਾ ਇੱਕ ਪਾਰਲੀਮੈਂਟ ਦਾ ਮੈਂਬਰ ਆ ਸੁਬਰਾਮਨੀਅਨ ਸਵਾਮੀ, ਜੀ ਉਹ ਕਹਿੰਦਾ ਭਾਰਤ ਦੇ ਵਿੱਚ ਜਸੂਸੀ ਤਾਂ ਭਾਰਤ ਦੇ ਨਾਗਰਿਕਾਂ ਦੀ ਹੋਈ ਹੈ। ਜੀ ਕੀ ਤੁਸੀਂ ਕੀਤੀ ਹੈ? ਜੇ ਤੁਸੀਂ ਨਹੀਂ ਕੀਤੀ ਤਾਂ ਫਿਰ ਕਿਹਨੇ ਕੀਤੀ ਹੈ? ਜੀ। ਭਾਰਤ ਦੇ ਵਿੱਚ ਜੇ ਭਾਰਤ ਦੇ ਨਾਗਰਿਕਾਂ ਦੀ ਜਸੂਸੀ ਹੁੰਦੀ ਹੈ ਤੇ ਭਾਰਤ ਦੀ ਸਰਕਾਰ ਬੈਠੀ ਕੀ ਕਰਦੀ ਹੈ? ਜੀ ਜੇ ਸਰਕਾਰ ਨਹੀਂ ਬੋਲਦੀ, ਸਰਕਾਰ ਗੂੰਗੀ ਤੇ ਬੋਲੀ ਹੋਈ ਬੈਠੀ ਹੈ, ਇਹਦਾ ਮਤਲਬ ਇਹ ਹੈ ਕਿ ਸਰਕਾਰ ਹੀ ਸਾਰਾ ਕੁਝ ਕਰਦੀ ਹੈ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਇੱਕ ਪਟੀਸ਼ਨ ਕੇਰਲਾ ਦਾ ਇੱਕ ਪਾਰਲੀਮੈਂਟ ਦਾ ਮੈਂਬਰ ਆ, ਰਾਜ ਸਭਾ ਦਾ ਮੈਂਬਰ CPM ਦਾ, ਉਹਨੇ ਪਾਈ ਸੀ। ਜੀ ਇੱਕ ਪਟੀਸ਼ਨ ਫਿਰ ML ਸ਼ਰਮਾ ਐਡਵੋਕੇਟ ਹੈ, ਉਹਨੇ ਪਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ, ਉਹ ਵੀ ਅਜੇ ਤੱਕ ਵਿੱਚ ਹੈ। ਹੁਣ ਇੱਕ ਨਵੀਂ ਪਟੀਸ਼ਨ ਜਿਹੜੀ ਪਾਈ ਸੀ ਉਹ ਦੋ ਪੱਤਰਕਾਰਾਂ ਨੇ ਪਾਈ ਸੀ। ਜੀ ਪੱਤਰਕਾਰ ਜਿਹੜੇ ਹੈਗੇ ਬੜੇ ਆਪਾਂ ਕਹਿ ਸਕਦੇ ਬੜੇ ਨਾਮਵਰ ਪੱਤਰਕਾਰ ਹੈ। ਉਹਨਾਂ ਦੇ ਵਿੱਚੋਂ ਇੱਕ ਤਾਂ ਜਿਹੜੇ ਹੈਗੇ ਆ ਜੀ ਮਿਸਟਰ N ਰਾਮ ਹੈ। ਜੀ N ਰਾਮ ਜਿਹੜੇ ਹੈਗੇ ਆ ਉਹ ਦਾ ਹਿੰਦੂ ਬਹੁਤ ਵੱਡਾ ਅਖਬਾਰ ਹੈ, ਉਹਦੇ ਉਹ ਐਡੀਟਰ ਹੈ ਜਾਂ ਸਾਬਕਾ ਐਡੀਟਰ ਹੈ, ਹੁਣ ਵੀ ਉਹ ਮੀਡੀਆ ਨਾਲ ਜੁੜੇ ਹੋਏ ਹੈ। ਦੂਸਰੇ ਮਿਸਟਰ ਸ਼ਸ਼ੀ ਕੁਮਾਰ, ਇਹ ਵੀ ਬਹੁਤ ਸੀਨੀਅਰ ਜਿਹੜੇ ਹੈਗੇ ਆ ਪੱਤਰਕਾਰ ਹੈ। ਔਰ ਇਹਨਾਂ ਦੀ ਪਟੀਸ਼ਨ ਜਿਹੜੀ ਦਾਇਰ ਕੀਤੀ ਹੈ, ਇਹਨਾਂ ਦੇ ਵਕੀਲ ਹੈਗੇ ਮਿਸਟਰ ਕਪਲ ਸਿੱਬਲ। ਕਪਲ ਸਿੱਬਲ ਕਾਂਗਰਸ ਦੇ ਵੱਡੇ ਲੀਡਰ ਤਾਂ ਹੈ ਹੀ ਹੈ ਤੇ ਨਾਲ ਉਹ ਵਕੀਲ ਵੀ ਬਹੁਤ ਵੱਡੇ ਹੈ। ਜੀ ਉਹਨਾਂ ਨੇ ਮਤਲਬ ਜਿਹੜੀ ਹੈਗੀ ਹੈ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਕੁਝ ਦਿਨ ਪਹਿਲਾਂ ਦਾਇਰ ਕੀਤੀ ਸੀ, ਸ਼ਾਇਦ 30 ਜੁਲਾਈ ਨੂੰ ਕੀਤੀ ਸੀ, ਔਰ ਉਹ ਤੋਂ ਬਾਅਦ 30 ਜੁਲਾਈ ਤੋਂ ਵੀ ਪਹਿਲਾਂ ਕੀਤੀ ਸੀ। ਉਹ ਤੋਂ ਬਾਅਦ ਫਿਰ 30 ਜੁਲਾਈ ਨੂੰ ਕਪਲ ਸਿੱਬਲ ਸਾਹਿਬ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਅਪੀਅਰ ਹੋਏ। ਜੀ ਜਸਟਿਸ NV ਰਮਨਾ ਸਾਹਿਬ ਦੀ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹ ਮਾਮਲਾ ਜਿਹੜਾ ਹੈਗਾ ਇਹਨੂੰ ਵਿਚਾਰਨਾ ਚਾਹੀਦਾ ਹੈ, ਕਿਉਂਕਿ ਜਿਹੜੀ ਇਹਨਾਂ ਦੋਨਾਂ ਪੱਤਰਕਾਰਾਂ ਨੇ ਪਟੀਸ਼ਨ ਦਾਇਰ ਕੀਤੀ ਹੈ, ਇਸ ਪਟੀਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਇਲਜ਼ਾਮ ਹੈ ਉਹ ਇਲਜ਼ਾਮ ਇਹ ਹੈ ਕਿ ਇਹ ਬੋਲਣ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ, ਸਰਕਾਰਾਂ ਦੇ ਨਾਲ ਅਸਹਿਮਤ ਹੋਣਾ, ਇਹ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਨਿਯਮ ਹੈ। ਜੀ ਤੁਸੀਂ ਇਸ ਹਰ ਗੱਲ ਦੇ ਵਿੱਚ ਕੋਈ ਸਹਿਮਤ ਨਹੀਂ ਹੋ ਸਕਦੇ ਹਾਕਮ ਦੇ ਨਾਲ, ਅਸੀਂ ਉਹਦੇ ਨਾਲ ਅਸਹਿਮਤ ਹੋ ਸਕਦੇ ਹਾਂ। ਜੀ ਅਸਹਿਮਤੀ ਦਾ ਹੱਕ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੈ, ਬੋਲਣ ਦਾ ਰਾਈਟ ਜਿਹੜਾ ਹੈਗਾ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੈ। ਜੀ ਇਹਨਾਂ ਦੋਨਾਂ ਹੱਕਾਂ ਦੇ ਉੱਤੇ ਜਿਹੜੀ ਜਦੋਂ ਤੁਸੀਂ ਜਸੂਸੀ ਕਰਦੇ ਹੋ ਤੇ ਜਸੂਸੀ ਦੇ ਨਾਲ ਤੁਹਾਡੇ ਹੱਕਾਂ ਦੇ ਉੱਤੇ ਇੱਕ ਕਿਸਮ ਦਾ ਛਾਪਾ ਪੈਂਦਾ, ਇਹ ਗੱਲ ਕਹੀ ਸੀ। ਇਹ ਤੋਂ ਪਹਿਲਾਂ ਮੈਂ ਯਾਦ ਕਰਾਉਣਾ ਚਾਹੂੰਗਾ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਕਿ ਪਿਛਲੇ ਅਰਸੇ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਕਿ ਪ੍ਰਾਈਵੇਸੀ ਹੈ ਜਿਹੜੀ, ਇਹ ਬੰਦੇ ਦਾ ਫੰਡਾਮੈਂਟਲ ਰਾਈਟ ਹੈ। ਜੀ ਨਿੱਜਤਾ ਫੰਡਾਮੈਂਟਲ ਰਾਈਟ ਹੈ। ਜੇ ਤੁਸੀਂ ਕਿਸੇ ਦੀ ਨਿੱਜਤਾ 'ਚ ਝਾਕਦੇ ਹੋ, ਉਹਦੀ ਨਿੱਜਤਾ ਦਾ ਤੁਸੀਂ ਉਹਦੀ ਜਸੂਸੀ ਕਰਦੇ ਹੋ ਤਾਂ ਇਹ ਇੱਕ ਬਹੁਤ ਵੱਡਾ ਅਪਰਾਧ ਹੈ। ਜੀ ਸੋ ਇਹ ਅਪਰਾਧ ਕਿਹਨੇ ਕੀਤਾ ਜੀ? ਅਪਰਾਧ ਸਾਡੇ ਦੇਸ਼ ਦੀ ਸਰਕਾਰ ਨੇ ਕੀਤਾ, ਇੱਕ ਵਿਅਕਤੀ ਨੇ ਤਾਂ ਪਟੀਸ਼ਨ ਇਹ ਵੀ ਦਾਇਰ ਕੀਤੀ ਵੀ ਹੈ ਜੀ ਕਿ ਮਿਸਟਰ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਹੈ ਤੇ ਪ੍ਰਧਾਨ ਮੰਤਰੀ, ਇਹਨਾਂ ਦੇ ਖਿਲਾਫ ਜਿਹੜੀ ਫੰਡਾਮੈਂਟਲ ਜਿਹੜੇ ਲੋਕਾਂ ਦੇ ਰਾਈਟਸ ਹੈ, ਬੁਨਿਆਦੀ ਹੱਕ ਹੈ, ਉਹਨਾਂ ਦੀ ਉਲੰਘਣਾ ਦੇ ਦੋਸ਼ ਤਹਿਤ ਮੁਕੱਦਮਾ ਵੀ ਚੱਲਣਾ ਚਾਹੀਦਾ ਹੈ। ਜੀ ਸੋ ਇਹ ਦੋਨਾਂ ਪੱਤਰਕਾਰਾਂ ਦੀ ਜਿਹੜੀ ਪਟੀਸ਼ਨ ਹੈ, ਇਹ ਪਟੀਸ਼ਨ ਬੜੀ ਇੰਪੋਰਟੈਂਟ ਹੈ ਤੇ ਮਾਨਯੋਗ ਸੁਪਰੀਮ ਕੋਰਟ ਇਸ 'ਤੇ ਸਹਿਮਤ ਹੋ ਗਈ ਹੈ। ਜੀ ਹੁਣ ਜਸਟਿਸ ਰਮਨਾ ਸਾਹਿਬ ਔਰ ਜਸਟਿਸ ਸੂਰਿਆਕਾਂਤ, ਜੀ ਇਹਨਾਂ ਦਾ ਬੈਂਚ 5 ਅਗਸਤ ਨੂੰ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰੂਗਾ, ਪੈਗਾਸਸ ਜਸੂਸੀ ਕਾਂਡ ਦੀ ਸੁਣਵਾਈ ਕਰੂਗਾ। ਫੈਸਲਾ ਕੀ ਆਉਂਦਾ ਕਿ ਦੇਖਦੇ ਹਾਂ। ਪਟੀਸ਼ਨਾਂ 3 ਹੈ। ਜੀ ਵੈਸੇ ਜਿਹੜੀ ਪਹਿਲੀ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਨੇ ਚੱਕੀ ਹੈ ਉਹ ਪੱਤਰਕਾਰਾਂ ਦੀ ਪਟੀਸ਼ਨ ਹੈ। ਜੀ ਔਰ ਪੱਤਰਕਾਰ ਇਕੱਲੇ ਨਹੀਂ ਹੈਗੇ, ਪੱਤਰਕਾਰਾਂ ਦੇ ਨਾਲ ਹੋਰ ਵੀ ਇੱਕ ਬਹੁਤ ਵੱਡੀ ਮਤਲਬ ਜਿਹੜੀ ਸੰਸਥਾ ਜੁੜੀ ਹੋਈ ਹੈ, ਵੱਡੇ ਪੱਤਰਕਾਰ ਜੁੜੇ ਹੋਏ ਹੈ, ਸਾਰੇ ਦੇਸ਼ ਦੇ ਪੱਤਰਕਾਰ ਹੈ। ਕਿਉਂਕਿ ਜੇ ਆਪਾਂ ਦੇਖੀਏ ਤਾਂ ਮੋਦੀ ਸਾਹਿਬ ਨੇ ਮੀਡੀਆ ਨੂੰ ਤਾਂ ਕਾਬੂ ਕੀਤਾ ਹੀ ਹੋਇਆ। ਜੀ ਇਹੀ ਕਾਰਨ ਹੈ ਕਿ ਜਿਹੜਾ ਸਰਕਾਰੀ ਮੀਡੀਆ ਨੂੰ ਲੋਕ ਗੋਦੀ ਮੀਡੀਆ ਕਹਿੰਦੇ ਕਿ ਸਰਕਾਰ ਦੀ ਗੋਦੀ 'ਚ ਬੈਠਾ ਹੋਇਆ, ਜੀ ਤੇ ਜਿਹੜਾ ਇੰਡੀਪੈਂਡੈਂਟ ਮੀਡੀਆ ਤੇ ਇੰਡੀਪੈਂਡੈਂਟ ਮੀਡੀਆ ਪੱਤਰਕਾਰਾਂ ਦੀ ਤੁਸੀਂ 300 ਬੰਦਿਆਂ ਦੀ ਜਿਹੜੀ ਇਹ ਜਸੂਸੀ ਭਾਰਤ ਦੇ ਵਿੱਚ ਹੋਈ ਹੈ। ਜੀ 300 ਬੰਦਿਆਂ ਦੇ ਵਿੱਚੋਂ 40 ਪੱਤਰਕਾਰ ਹੈ ਔਰ 40 ਪੱਤਰਕਾਰਾਂ ਦੇ ਵਿੱਚੋਂ 2 ਤਾਂ ਪੰਜਾਬ ਦੇ। ਜੀ ਪਹਿਰੇਦਾਰ ਦਾ ਐਡੀਟਰ ਆ ਮਿਸਟਰ ਜਸਪਾਲ ਸਿੰਘ ਹੀਰਾ, ਉਹ ਵੀ ਆਉਂਦਾ ਹੈ। ਇੱਕ ਸ਼ਾਇਦ ਭੁਪਿੰਦਰ ਸਿੰਘ ਸੱਜਣਾ ਹੈ, ਉਹ ਹੁਸ਼ਿਆਰਪੁਰ ਦੇ, ਉਹ ਵੀ ਆਉਂਦੇ। 2 ਪੱਤਰਕਾਰ ਤਾਂ ਪੰਜਾਬ ਦੇ ਆਉਂਦੇ 40 ਚੋਂ। ਹੁਣ ਤੁਸੀਂ ਇਹ ਦੇਖੋ ਵੀ ਇਹ ਪੱਤਰਕਾਰਾਂ ਦੀ ਜੇ ਜਸੂਸੀ ਕੀਤੀ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਖੰਭਾ ਹੈ
ਚੌਥਾ ਪਾਵਾ ਜਿਹੜਾ ਡੈਮੋਕ੍ਰੇਸੀ ਦਾ, ਉਹਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਔਰ ਜੇ ਡੈਮੋਕ੍ਰੇਸੀ ਦਾ ਅਸੀਂ ਅਗਲਾ ਖੰਭਾ ਦੇਖੀਏ, ਅਗਲਾ ਪਾਵਾ ਦੇਖੀਏ ਤਾਂ ਉਹ ਜੁਡੀਸ਼ਰੀ ਹੈ, ਉਹਦੀ ਵੀ ਹੁੰਦੀ ਹੈ। ਫਿਰ ਜਿਹੜੀ ਹੈਗੀ ਹੈ ਲੈਜਿਸਲੇਟਿਵ ਹੈ, ਜਿਹਨੂੰ ਅਸੀਂ ਪਾਰਲੀਮੈਂਟ ਤੇ ਅਸੈਂਬਲੀਆਂ ਕਹਿ ਦਿੰਦੇ, ਉਹਨਾਂ ਦੀ ਵੀ ਜਸੂਸੀ ਹੋ ਰਹੀ ਹੈ। ਕਿਹੜਾ ਮਤਲਬ ਤੁਸੀਂ ਲੋਕਤੰਤਰ ਦਾ ਕਿਹੜਾ ਜਿਹੜਾ ਥੰਮ ਹੈ ਜਿਹੜਾ ਬਚਿਆ, ਸਭ ਦੀ ਜਸੂਸੀ ਹੋ ਰਹੀ ਹੈ। ਇਸ ਕਰਕੇ ਇਹ ਲੋੜ ਬਣਦੀ ਸੀ ਸੁਪਰੀਮ ਕੋਰਟ ਦੀ। ਚਾਹੀਦਾ ਤਾਂ ਇਹ ਸੀ ਸੂ ਮੋਟੋ ਨੋਟਿਸ ਲੈਂਦੀ ਜੀ, ਪਰ ਜੇ ਸੂ ਮੋਟੋ ਨੋਟਿਸ ਨਹੀਂ ਲਿਆ, ਹੁਣ ਜਿਹਨਾਂ ਲੋਕਾਂ ਨੇ ਪਟੀਸ਼ਨ ਦਾਇਰ ਕੀਤੀ ਤੇ ਸੁਣਵਾਈ ਹੁੰਦੀ ਹੈ, ਤਾਂ ਅਸੀਂ ਇਹਨੂੰ ਵੈਲਕਮ ਕਰਦੇ ਜੀ। ਬਿਲਕੁਲ ਢਿੱਲੋਂ ਸਾਹਿਬ, ਅਗਲੀ ਖਬਰ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਹੈ। ਕੇਜਰੀਵਾਲ ਸਾਹਿਬ ਵੱਲੋਂ ਆਪ ਨਾਲ ਸੰਬੰਧਿਤ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ। ਬਿਲਕੁਲ ਜੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕੱਲ੍ਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਸੀ। ਦਿੱਲੀ ਬੁਲਾ ਕੇ ਉਹਨਾਂ ਦੇ ਨਾਲ ਕਈ ਘੰਟੇ ਮੀਟਿੰਗ ਕੀਤੀ ਹੈ। ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹਨਾਂ ਦਾ ਸੈਕਟਰੀਏਟ ਹੈ ਜਾਂ ਉਹਨਾਂ ਦਾ ਜਿਹੜਾ ਰੂਮ ਹੈ, ਉੱਥੇ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ। ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਦੇ ਵਿੱਚ ਆਪਣੀ ਤਾਕਤ ਦਿਖਾਉਣ ਦਾ, ਤਾਕਤ ਹਾਸਲ ਕਰਨ ਦਾ, ਸਰਕਾਰ ਬਣਾਉਣ ਦੀ। ਸ਼ੁਰੂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜਾ ਰਿਸਪੌਂਸ ਮਿਲਿਆ ਸੀ। 17 ਤੋਂ ਪਹਿਲਾਂ 2014 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਜੀ, ਉਹਨਾਂ ਚੋਣਾਂ ਦੇ ਵਿੱਚ ਪੰਜਾਬ 'ਚੋਂ 4 ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਜੀ। ਧਰਮਵੀਰ ਗਾਂਧੀ ਉਹਨਾਂ ਦੇ ਵਿੱਚ ਸੀਗੇ, ਉਹਨਾਂ ਦੇ ਵਿੱਚ ਸੀਗੇ ਤੁਹਾਡੇ ਹਰਿੰਦਰ ਸਿੰਘ ਖਾਲਸਾ ਜੀ, ਉਹਨਾਂ ਦੇ ਵਿੱਚ ਸੀ ਭਗਵੰਤ ਸਿੰਘ ਮਾਨ, ਤੇ ਚੌਥੇ ਇੱਕ ਹੋਰ ਸੀ ਪਾਰਲੀਮੈਂਟ ਦੇ ਮੈਂਬਰ, ਮੇਰੇ ਹੁਣ ਉਹਨਾਂ ਦਾ ਨਾਂ ਨਹੀਂ ਯਾਦ ਆ ਰਿਹਾ ਜੀ। ਹਾਂ, ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ ਜੀ। 4 ਪਾਰਲੀਮੈਂਟ ਦੇ ਮੈਂਬਰ ਸੀ। 2 ਮੈਂਬਰ ਥੋੜ੍ਹੀਆਂ ਵੋਟਾਂ ਤੇ ਰਹਿ ਗਏ ਸੀ, ਜਿਨ੍ਹਾਂ ਦੇ ਵਿੱਚ ਬਹੁਤ ਘੱਟ ਵੋਟਾਂ ਤੇ ਰਹੇ ਸੀ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ। ਇਹ ਜਿਹੜੇ ਹੈਗੇ ਆ, ਬੜੀ ਲੋਕਾਂ ਨੇ ਬਹੁਤ ਉਤਸ਼ਾਹ ਦੇ ਨਾਲ ਉਹਨੂੰ ਵੋਟਾਂ ਪਾਈਆਂ ਸੀ ਔਰ ਉਸੇ ਰਫਤਾਰ ਦੇ ਨਾਲ ਜਿਹੜੇ ਲੋਕ ਫੇਰ ਸਪੋਰਟ ਕਰਦੇ ਰਹੇ ਸੀ। ਤੇ ਲੱਗਦਾ ਇਹ ਸੀ ਕਿ 2017 ਦੇ ਵਿੱਚ ਇਹਨਾਂ ਨੇ ਸਰਕਾਰ ਬਣਾ ਲੈਣੀ ਹੈ ਜੀ। ਲੇਕਿਨ ਉਦੋਂ ਜਿਹਨਾਂ ਦੀ ਪਾਰਟੀ ਦੀ ਹਾਈ ਕਮਾਂਡ ਦੀ ਕੋਸ਼ਿਸ਼ ਜਿਹੜੀ ਹੈ ਮਿਸਮੈਨੇਜਮੈਂਟ, ਉਸ ਮਿਸਮੈਨੇਜਮੈਂਟ ਨੇ ਇੰਨਾ ਨੁਕਸਾਨ ਕਰਤਾ ਕਿ ਜਿਹੜੇ ਚੰਗੇ ਬੰਦੇ ਸੀ ਉਹ ਕੱਢਤੇ ਜੀ। ਜਿਹੜੇ ਪ੍ਰਭਾਵਸ਼ਾਲੀ ਬੰਦੇ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਆਉਣ ਨਹੀਂ ਦਿੱਤਾ, ਉਹਨਾਂ ਦੇ ਰਾਹ ਦੇ ਵਿੱਚ ਢਿੱਕੇ ਲਾਤੇ। ਇਹ ਤੁਹਾਡਾ ਨਵਜੋਤ ਸਿੱਧੂ ਵੀ ਉਹਨਾਂ ਦੇ ਵਿੱਚ ਆਉਣ ਨੂੰ ਫਿਰਦਾ ਸੀ ਜੀ। ਕਾਂਗਰਸ 'ਚ ਆਉਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਨਾਲ ਹੀ ਗੱਲਬਾਤ ਕੀਤੀ ਸੀ ਜੀ। ਔਰ ਕੇਜਰੀਵਾਲ ਦੇ ਨਾਲ ਇਹਨਾਂ ਦੀ ਮੁਲਾਕਾਤ ਵੀ ਹੋਈ ਸੀ, ਉੱਥੇ ਗੱਲ ਵੀ ਨਹੀਂ ਬਣੀ। ਸਰਦਾਰ ਜਗਮੀਤ ਸਿੰਘ ਬਰਾੜ ਨੇ ਵੀ ਯਤਨ ਕੀਤਾ ਸੀ, ਉਹ ਬਾਘੇ ਪੁਰਾਣੇ ਵਾਲੀ ਰੈਲੀ 'ਚ ਚਲੇ ਵੀ ਗਏ ਸੀਗੇ ਤੇ ਉੱਥੇ ਬੋਲਣ ਤੱਕ ਨਹੀਂ ਦਿੱਤਾ ਸੀ ਭਗਵੰਤ ਮਾਨ ਨੇ। ਉਦੋਂ ਵੀ ਕੁਛ ਇਹੋ ਜਿਹੀਆਂ। ਫਿਰ ਇਹ ਵੀ ਇਲਜ਼ਾਮ ਲੱਗੇ ਕਿ ਵਲੰਟੀਅਰਾਂ ਦੀ ਬਜਾਏ ਆਮ ਜਿਹੜੇ ਸਧਾਰਨ ਬੰਦੇ ਸੀਗੇ ਜਾਂ ਜਿਨ੍ਹਾਂ ਦਾ ਕੋਈ ਪਿਛੋਕੜ ਵਾਲਾ ਚੰਗਾ ਨਹੀਂ ਸੀ, ਉਹਨਾਂ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ। ਪੈਸੇ ਧੇਲੇ ਚੱਲ ਲੈਣ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ, ਚਰਿੱਤਰਹੀਨਤਾ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ, ਬੜਾ ਕੁਛ ਹੁੰਦਾ ਰਿਹਾ ਜੀ। ਤੇ ਉਦੋਂ ਲੱਗਦਾ ਇਹ ਸੀ ਕਿ ਸਰਕਾਰ ਬਣਾਊ, ਲੋਕਾਂ ਨੂੰ ਲੱਗਦਾ ਸੀ। ਲੇਕਿਨ ਮੇਰੀ ਤਾਂ ਉਦੋਂ ਵੀ ਇਹ ਜਿਹੜੀ ਮੇਰਾ ਐਨਾਲਿਸਿਸ ਸੀ ਇਹ ਸੀ ਕਿ 25 ਤੋਂ ਬਾਅਦ ਇਹਨਾਂ ਨੂੰ ਸੀਟਾਂ ਨਹੀਂ ਆਉਂਦੀਆਂ ਤੇ ਕੁੱਲ ਮਿਲਾ ਕੇ ਸੀਟਾਂ ਸਣੇ ਗੱਠ ਜੋੜ ਨੂੰ ਰਹਿ ਗਈਆਂ ਸੀ, 22-20 ਇਹਨਾਂ ਦੀਆਂ ਤੇ 2 ਲੋਕ ਇਨਸਾਫ ਪਾਰਟੀ ਵਾਲੀਆਂ 22 ਰਹਿ ਗਈਆਂ ਸੀ। ਹੁਣ ਫਿਰ ਇਹ ਕੋਸ਼ਿਸ਼ ਕਰ ਰਿਹਾ ਇਸ ਵੇਲੇ ਐਟ ਪ੍ਰੈਜ਼ੈਂਟ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਖਲਾ ਪੈਦਾ ਹੋਇਆ ਹੈ ਜੀ। ਅਕਾਲੀਆਂ ਦਾ ਖਹਿੜਾ ਨਹੀਂ ਛੱਡ ਰਹੀ ਬੇਅਦਬੀ ਜੀ। ਬੇਅਦਬੀ ਦਾ ਜਿਹੜਾ ਦਾਗ ਲੱਗਿਆ ਅਕਾਲੀ ਦਲ ਦੇ ਉੱਤੇ, ਉਹ ਬਹੁਤ ਕੋਸ਼ਿਸ਼ ਕਰ ਰਹੇ ਆ, ਬੜੀ ਉਹ ਹਿੰਮਤ ਕਰ ਰਹੇ ਆ, ਮਿਹਨਤ ਕਰ ਰਹੇ ਆ, ਪਰ ਉਹਨਾਂ ਦਾ ਗ੍ਰਾਫ ਉੱਚਾ ਨਹੀਂ ਉੱਠ ਰਿਹਾ ਜੀ। ਕਾਂਗਰਸ ਪਾਰਟੀ ਹੈ ਜਿਹੜੀ ਅੱਜ ਤੋਂ 2 ਮਹੀਨੇ ਪਹਿਲਾਂ ਇਹ ਲੱਗਦਾ ਸੀ ਕਿ ਕਾਂਗਰਸ ਪਾਰਟੀ ਦਾ ਹੱਥ ਉੱਪਰ ਹੈ, ਲੇਕਿਨ ਕਾਂਗਰਸ ਹਾਈ ਕਮਾਂਡ ਨੇ ਜਿਸ ਢੰਗ ਦੇ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਦੇ ਕਾਟੋਕਲੇਸ਼ਨ ਨੂੰ ਲਿਆ ਹੈ, ਠੀਕ ਤਰੀਕੇ ਦੇ ਨਾਲ ਮਤਲਬ ਜਿਹੜਾ ਹੈਗਾ ਕੋਈ ਇੱਥੇ ਜਿਹੜੀ ਇਹਨੂੰ ਹੈਂਡਲ ਨਹੀਂ ਕੀਤਾ। ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਜ਼ੀਡੈਂਟ ਬਣਾਉਣੇ ਸੀ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਇਕੱਠਿਆਂ ਨੂੰ ਦੋਨਾਂ ਨੂੰ ਕਨਵਿੰਸ ਕਰਨਾ ਚਾਹੀਦਾ ਸੀ। ਹਾਈ ਕਮਾਂਡ ਆਪਣੇ ਲੈਵਲ ਦੇ ਉੱਤੇ ਉਹਨਾਂ ਨੂੰ ਕਨਵਿੰਸ ਕਰਤੀ, ਕਿਉਂਕਿ ਇਹਨਾਂ ਨੇ ਕਹਿੰਦਾ ਜੀ ਕਮੇਟੀ ਬਣਾਤੀ 3 ਮੈਂਬਰੀ ਕਮੇਟੀ ਬਣਾਉਣ ਦਾ ਤਾਂ ਕੰਮ ਇਹ ਹੈ ਕਿ ਜਿਵੇਂ ਮਾਲਕ ਨੇ ਮੁਖਤਿਆਰ ਨੂੰ ਕਹਿੰਦਾ ਵੀ ਤੂੰ ਭਾਈ ਸੀਰੀਆਂ ਤੋਂ ਕੰਮ ਕਰਵਾਈ ਜਾਈ ਜਾਂ ਦਿਹਾੜੀਆਂ ਤੋਂ ਕੰਮ ਕਰਵਾਈ ਜਾਈ, ਕਮੇਟੀ ਤਾਂ ਉਹ ਹੈ। ਜੇ ਆਪਾਂ ਦੇਖੀਏ ਮਲਕ ਅਰਜੁਨ ਖੜਗੇ ਹੈ ਜਾਂ ਤੁਹਾਡਾ ਹਰੀਸ਼ ਰਾਵਤ ਹੈ ਜਾਂ JP ਅਗਰਵਾਲ ਹੈ, ਇਹਨਾਂ ਦਾ ਕੱਦ ਦੇਖੀਏ ਅਮਰਿੰਦਰ ਸਿੰਘ ਦੇ ਮੁਕਾਬਲੇ ਤਾਂ ਬਹੁਤ ਬੌਣਾ ਹੈ। ਅਮਰਿੰਦਰ ਸਿੰਘ ਦੇ ਮੁਕਾਬਲੇ ਇਹਨਾਂ ਦਾ ਕੱਦ ਹੈ ਨਹੀਂ। ਸੈਲੀਬ੍ਰਿਟੀ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹਨਾਂ ਤੋਂ ਕਿਤੇ ਮਤਲਬ ਜਿਹੜਾ ਹੈਗਾ ਪਾਪੂਲੈਰਿਟੀ ਦੀ ਨਵਜੋਤ ਸਿੱਧੂ ਦੀ ਵੀ ਹੈ। ਦੋਨੇ ਬੰਦੇ ਹੀ ਦੋਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੋਣੀ ਉਸ ਕਮੇਟੀ ਦੀ। ਚਾਹੀਦਾ ਇਹ ਸੀ ਕਿ ਉਸ ਵੇਲੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਜੇ ਦੋਨਾਂ ਨੂੰ ਬਹਾ ਲੈਂਦੇ, ਦੋਨਾਂ ਦੀ ਖਿੱਚਪਾੜ ਕਰਕੇ ਦੋਨਾਂ ਦੇ ਮਤਭੇਦ ਦੂਰ ਕਰਾ ਕੇ 1 ਦਿਨ ਲਾਉਂਦੇ 2 ਦਿਨ ਲਾਉਂਦੇ। ਔਰ ਜਦੋਂ ਨਵਜੋਤ ਸਿੱਧੂ ਦਾ ਐਲਾਨ ਕਰਨਾ ਸੀ ਉਦੋਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਦਾ ਨਾਮ ਪ੍ਰਪੋਜ਼ ਕੀਤਾ ਜੀ ਤੇ ਅਸੀਂ ਜੀ ਇਹਦੇ ਵੱਲੋਂ ਪ੍ਰਪੋਜ਼ ਕਰਨ ਤੇ ਕਰਦੇ ਗੱਲ ਕੁਝ ਹੋਰ ਹੋਣੀ ਸੀ। ਲੇਕਿਨ ਜਿਸ ਢੰਗ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਰਾਈ ਉਹਦੇ ਨਾਲ ਤਾਂ ਮੇਰੇ ਖਿਆਲ ਬਾਹਰ ਲੈਣ ਤਾਂ ਲੋੜ ਹੀ ਨਹੀਂ, ਨੁਕਸਾਨ ਉਹਨਾਂ ਨੇ ਆਪਣਾ ਆਪ ਵਾਲਾ ਕਰ ਲਿਆ। ਸੋ ਇਸ ਹਾਲਾਤ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਹੈਗਾ ਸਕੋਪ ਹੈ ਤੇ ਆਮ ਆਦਮੀ ਪਾਰਟੀ ਦੇ ਉਸ ਸਕੋਪ ਨੂੰ ਇਸਤੇਮਾਲ ਕਰਨ ਵਾਸਤੇ ਕੱਲ ਉਹਨਾਂ ਨੇ ਮੀਟਿੰਗ ਕੀਤੀ ਹੈ। ਉਮੀਦ ਇਹ ਸੀ ਕਿ ਕੱਲ ਵਾਲੀ ਮੀਟਿੰਗ ਦੇ ਵਿੱਚ ਉਹ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਅਨਾਉਂਸ ਕਰ ਦੇਣਗੇ ਕਿਉਂਕਿ ਜਿੱਦਣ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਲ ਕਰਵਾਇਆ ਆਮ ਆਦਮੀ ਪਾਰਟੀ 'ਚ, ਉਦੋਂ ਕਹਿ ਦਿੱਤਾ ਸੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿ ਅਗਲਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰਧਾਨ ਦੇਵਾਂਗੇ, ਪੰਜਾਬੀ ਹੋਊਗਾ ਤੇ ਸਿੱਖ ਹੋਊਗਾ।
ਸਰਦਾਰ ਹੋਊਗਾ, ਚਿਹਰਾ ਦੇ ਦਾਂਗੇ। ਉਦੋਂ ਇਹ ਲੱਗਦਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਤੇ ਦਾਲ ਆਉਣਗੇ, ਪਰ ਨਵਜੋਤ ਸਿੰਘ ਸਿੱਧੂ ਤਾਂ ਹੁਣ ਕਾਂਗਰਸ ਦੇ ਵਿੱਚ ਐਡਜਸਟ ਹੋ ਗਏ, ਪ੍ਰਧਾਨ ਬਣ ਗਏ। ਹੁਣ ਅਗਲਾ ਚਿਹਰਾ ਕੌਣ ਹੋਊਗਾ? ਨਾਂ ਬੜੇ ਆ ਰਹੇ ਆ, ਕਦੇ ਤਾਂ ਸਰਦਾਰ ਬਲਵੀਰ ਸਿੰਘ ਰਾਜੇਵਾਲ ਦਾ ਜਿਹੜੇ ਕਿਸਾਨ ਆਗੂ ਉਹਨਾਂ ਦਾ ਨਾਂ ਲੈ ਦਿੰਦੇ, ਉਹਨਾਂ ਨੇ ਕਹਿਤਾ ਜੀ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ। ਫਿਰ ਸੰਤ ਬਲਵੀਰ ਸਿੰਘ ਸੀਚੇ ਵਾਲੇ ਦਾ ਨਾਂ ਲੈਤਾ ਜੀ, ਉਹ ਚਿਹਰਾ ਹੋ ਸਕਦਾ ਹੈ। ਉਹਨਾਂ ਨੇ ਵੀ ਕਹਿਤਾ ਵੀ ਅਸੀਂ ਸੰਤ ਫੱਕਰ ਲੋਕ ਬੰਦੇ ਆ, ਸਾਡਾ ਨਹੀਂ ਕੰਮ ਇਹ ਜਿਹੇ ਮਾਮਲਿਆਂ 'ਚ ਸਿਆਸਤ 'ਚ ਆਉਣ ਦਾ। ਕਦੇ ਕਿਤੇ ਕੱਲ੍ਹ ਇਹ ਲੱਗਦਾ ਸੀ ਕਿ ਸ਼ਾਇਦ ਉਹ ਭਗਵੰਤ ਸਿੰਘ ਮਾਨ ਦਾ ਅਨਾਊਂਸ ਕਰ ਦੇਣ, ਲੇਕਿਨ ਉਹਨਾਂ ਨੇ ਅਨਾਊਂਸ ਨਹੀਂ ਕੀਤਾ। ਭਗਵੰਤ ਸਿੰਘ ਮਾਨ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਪੱਤਰਕਾਰਾਂ ਨੇ ਸਵਾਲ ਪੁੱਛਿਆ, ਉਦੋਂ ਵੀ ਉਹਨਾਂ ਨੇ ਕਿਹਾ ਕਿ ਬਹੁਤੇ MLA ਨੇ ਕਿਹਾ ਜੀ ਤੁਸੀਂ ਆਪਣਾ CM ਦਾ ਚਿਹਰਾ ਜਿਹੜਾ ਉਹ ਅਨਾਊਂਸ ਕਰੋ, ਉਹ ਅਜੇ ਅਨਾਊਂਸ ਨਹੀਂ ਕੀਤਾ। ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੱਲਦੇ, ਪਰ ਗੱਲ ਇਹ ਕਿ ਜਿੰਨੀ ਛੇਤੀ ਆਮ ਆਦਮੀ ਪਾਰਟੀ ਵਾਲੇ ਆਪਣੀ ਮਤਲਬ ਜਿਹੜੀ ਇੱਕ ਗੱਲ ਬਿਲਕੁਲ ਕਲੀਅਰ ਕਰਨ, ਪੰਜਾਬ ਇੱਕ ਅਜਿਹੀ ਸਟੇਟ ਆ, ਪੰਜਾਬ ਦੇ ਵਿੱਚ ਬਗੈਰ ਚਿਹਰੇ ਤੋਂ ਚੋਣ ਨਹੀਂ ਲੜੀ ਜਾ ਸਕਦੀ। ਔਰ ਕੁੱਲ ਵੈਸੇ ਤਾਂ ਪੰਜਾਬ 'ਚ ਪਾਰਟੀਆਂ ਬਹੁਤ ਹੈ, ਪਰ ਇਸ ਵੇਲੇ ਮੁਕਾਬਲੇ ਦੇ ਵਿੱਚ 3 ਪਾਰਟੀਆਂ ਹੀ ਹੈ, ਕਾਂਗਰਸ ਪਾਰਟੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਹੁਣ ਦੇਖਦੇ ਹਾਂ ਕੀ ਕਰਦੇ ਆ। ਵੈਸੇ ਆਮ ਆਦਮੀ ਪਾਰਟੀ ਨੂੰ ਹੁਲਾਰਾ ਚੰਗਾ ਮਿਲ ਰਿਹਾ ਹੈ। ਕੁਛ ਲੋਕ ਜਿਹੜੇ ਹੈਗੇ ਆ, ਕਾਂਗਰਸ ਪਾਰਟੀ ਦੇ ਲੀਡਰ ਵੀ ਜਿਹੜੇ ਨਿਰਾਸ਼ ਹੋਏ ਸੀ ਉਹ ਜਾ ਰਹੇ ਹੈ ਆਮ ਆਦਮੀ ਪਾਰਟੀ ਦੇ ਵਿੱਚ। ਅਕਾਲੀ ਦਲ ਦੇ ਵਿੱਚੋਂ ਵੀ ਟੁੱਟ ਭੱਜ ਹੋ ਰਹੀ ਹੈ। ਪਰ ਸਵਾਲ ਇਹ ਹੈ ਕਿ ਜੇ ਤੁਸੀਂ ਆਪਣੀ ਮਤਲਬ ਚਿਹਰਾ ਕੋਈ ਚੰਗਾ ਚਿਹਰਾ ਨਾ ਪੇਸ਼ ਕਰੋਗੇ ਤਾਂ ਫਿਰ ਮੁਸ਼ਕਿਲ ਹੋ ਜਾਣੀ ਹੈ ਗੱਲ। ਅਗਾਂਹ ਇਹ ਵੀ ਹੋਣੀ ਹੈ ਕਿ ਜੇ ਚਿਹਰਾ ਪੇਸ਼ ਕਰਨਗੇ ਇੱਕ ਲੜਾਈ ਫਿਰ ਉਦੋਂ ਵੀ ਹੋਣੀ ਹੈ। ਕਿਹਦੀ ਹੋਣੀ ਹੈ ਕੀ ਹੈ? ਵੈਸੇ ਕੱਲ੍ਹ ਜਿਹੜੀ ਭਗਵੰਤ ਮਾਨ ਦੀ ਬੋਡੀ ਲੈਂਗੁਏਜ ਉਹ ਜਿਹੜੀ ਹੈ ਉਹਦੇ 'ਚ ਨਿਰਾਸ਼ਾ ਝਲਕਦੀ ਸੀ। ਜੀ ਢਿੱਲੋਂ ਸਾਹਿਬ, ਅਗਲੀ ਖਬਰ ਵੱਲ ਰੁਖ ਕਰਦੇ ਹਾਂ ਕਿ ਭਾਜਪਾ ਦੀ ਤਿਰੰਗਾ ਯਾਤਰਾ ਦਾ ਕਿਸਾਨ ਮੋਰਚਾ ਵਿਰੋਧ ਨਹੀਂ ਕਰਦੇ, ਇਹ ਵੀ ਖਬਰ। ਇਹ ਬਿਲਕੁਲ ਜੀ, ਇਹ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਤਿਰੰਗਾ ਯਾਤਰਾ ਕੱਢਾਂਗੇ ਆਉਣ ਵਾਲੇ ਦਿਨਾਂ 'ਚ। ਤਿਰੰਗਾ ਝੰਡਾ ਜਿਹੜਾ ਹੈਗਾ ਉਹ ਸਾਡਾ ਕੌਮੀ ਝੰਡਾ ਹੈ। ਜੇ ਆਪਾਂ ਕਾਂਗਰਸ ਪਾਰਟੀ ਦਾ ਝੰਡਾ ਵੀ ਦੇਖ ਲਈਏ ਤਾਂ ਕਾਂਗਰਸ ਪਾਰਟੀ ਦਾ ਝੰਡਾ ਵੀ ਤਿਰੰਗਾ ਹੈ, ਲੇਕਿਨ ਕੌਮੀ ਝੰਡੇ ਤੇ ਕਾਂਗਰਸ ਪਾਰਟੀ ਦੇ ਝੰਡੇ 'ਚ ਫਰਕ ਹੈ। ਕੌਮੀ ਝੰਡਾ ਜਿਹੜਾ ਹੈਗਾ ਉਹਦੇ ਵਿੱਚ ਅਸ਼ੋਕ ਚੱਕਰ ਦਾ ਨਿਸ਼ਾਨ ਬਣਿਆ ਹੋਇਆ। ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਉਹਦੇ ਵਿੱਚ ਚਰਖੇ ਦਾ ਨਿਸ਼ਾਨ ਬਣਿਆ ਹੋਇਆ। ਔਰ ਜਿਹੜਾ ਕੌਮੀ ਝੰਡਾ, ਜੇ ਹੁਣ ਕਹਿੰਦੇ ਤਿਰੰਗੇ ਦੀ ਅਸੀਂ ਯਾਤਰਾ ਕੱਢਣੀ, ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਦਾ ਝੰਡਾ ਚੱਕ ਕੇ ਉਹਨਾਂ ਨੇ ਚਰਖੇ ਵਾਲੇ ਦਿੱਤਾ ਕੱਢਣੀ ਨਹੀਂ। ਕੁਦਰਤੀ ਹੈ ਕਿ ਉਹ ਅਸ਼ੋਕ ਚੱਕਰ ਵਾਲਾ ਝੰਡੇ ਨੂੰ ਲੈ ਕੇ ਤੁਰਨਗੇ। ਉਹਦੇ ਤੇ ਉਹਨਾਂ ਨੂੰ ਕਿ ਸਾਡਾ ਜਿਵੇਂ ਕਿਸਾਨ ਵਿਰੋਧ ਕਰਦੇ ਹੈ ਉਹ ਜਿਵੇਂ ਵਿਰੋਧ ਕਰਨ। ਹੁਣ ਆਪਾਂ ਦੇਖਦੇ ਹਾਂ ਹਰਿਆਣੇ ਦੇ ਵਿੱਚ ਨਾ ਤਾਂ ਉਹ ਮਨੋਹਰ ਲਾਲ ਖੱਟਰ ਦਾ ਜਹਾਜ਼ ਉਤਰਨ ਦਿੰਦੇ, ਨਾ ਮਨੋਹਰ ਲਾਲ ਖੱਟਰ ਦੀ ਗੱਡੀ ਸੜਕਾਂ 'ਤੇ ਤੁਰਨ ਦਿੰਦੇ। ਇਹੀ ਹਾਲ ਦੁਸ਼ਯੰਤ ਸਿੰਘ ਚੌਟਾਲਾ ਦਾ, ਉਹਨੂੰ ਵੀ ਕਿਸਾਨ ਪੈਂਦੇ ਹੈ। ਪੰਜਾਬ ਦੇ ਵਿੱਚ ਆਪਾਂ ਦੇਖੀ ਹਾਲਤ ਕਿੰਨੀ ਭੈੜੀ ਹੋਈ ਹੈ। ਆ ਪਿਛਲੇ ਦਿਨਾਂ ਦੀ ਤੁਸੀਂ ਦੇਖਿਆ ਹੋਣਾ, ਇੱਕ ਮਿਸਟਰ ਮੇਘਵਾਲ ਹੈ ਗੰਗਾ ਨਗਰ ਦੇ ਭਾਰਤੀ ਜਨਤਾ ਪਾਰਟੀ ਦੇ, ਮੇਰਾ ਖਿਆਲ SC ਸੈੱਲ ਦੇ ਜਿਹੜੇ ਹੈਗੇ ਹੈ ਲੀਡਰ ਹੈ, ਉਹ ਪਿਛਲੇ ਦਿਨਾਂ ਦੇ ਵਿੱਚ ਉੱਥੇ ਆਏ ਸੀਗੇ ਜੀ। ਕਹਿੰਦੇ ਅਸੀਂ ਪਾਣੀ ਦੇ ਮਾਮਲੇ ਤੇ ਉੱਤੇ ਕੋਈ ਰੈਲੀ ਵਗੈਰਾ ਕਰਦੇ ਹਾਂ, ਲੇਕਿਨ ਕਿਸਾਨ ਅੱਕੇ ਪਏ ਸੀ। ਕਿਸਾਨ ਪੈ ਗਏ ਲੀਲੀ ਕਰਕੇ, ਤੇ ਹਾਲਤ ਉਹਦੀ ਕਿੰਨੀ ਮਾੜੀ ਹੋ ਗਈ ਕਿ ਉਹਦੇ ਕੱਪੜੇ ਵੀ ਪਾੜਤੇ ਸੀ। ਉਹ ਤੁਸੀਂ ਦੇਖੋ ਸਹੀ ਕਿ ਕਿਵੇਂ ਪੁਲਿਸ ਨੂੰ ਬਚਾਉਂਦੀ ਹੈ, ਪਰ ਫਿਰ ਵੀ ਕਿਸਾਨ ਜਿਹੜੇ ਹੈਗੇ ਕਹਿੰਦੇ ਨਹੀਂ ਇਹਨਾਂ ਨੂੰ ਬੋਲਣ ਨਹੀਂ ਦੇਣਾ। ਕਾਰਨ ਇਹ ਹੈ ਕਿ ਕਿਸਾਨ ਇਸ ਗੱਲ ਤੋਂ ਅੱਕੇ ਹੋਏ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹੁਕੂਮਤ ਇਹ ਲੰਬੇ ਅਰਸੇ ਤੋਂ 7 ਮਹੀਨੇ ਹੋ ਗਏ, 8 ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਬਾਰਡਰਾਂ ਤੇ, ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਦੋਂ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਫਿਰ ਕਰਨ ਕੀ? ਉਹ ਵੈਸੇ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਆਓ, ਪਿੰਡਾਂ ਦੇ ਵਿੱਚ ਨਾ ਆਓ, ਤੁਸੀਂ ਸ਼ਹਿਰਾਂ 'ਚ ਨਾ ਆਓ, ਤੁਸੀਂ ਜੇ ਕੋਈ ਜਾਤੀ ਕੰਮ ਹੈ ਬੇਸ਼ੱਕ ਆ ਜਾਓ, ਪਰ ਪੋਲੀਟੀਕਲ ਕੰਮ ਨਾ ਕਰੋ। ਪੋਲੀਟੀਕਲ ਕੰਮ ਕਰਨ ਤੋਂ ਹਟਦੇ ਨਹੀਂਗੇ। ਇਵੇਂ ਜਿਵੇਂ ਤੁਸੀਂ ਦੇਖੋ ਨਾ ਅਰਨ ਨਾਰੰਗ ਦਾ ਮਲੋਟ ਦੇ ਵਿੱਚ ਕੀ ਹਾਲ ਹੋਇਆ ਸੀ। ਤੁਸੀਂ ਦੇਖੋ ਪਰਸੋਂ ਮਿਸਟਰ ਸਾਂਪਲਾ ਆਇਆ ਸੀ, ਜਾਂਦਾ ਸੀ ਦਾਦੂ ਵਾਲੇ ਬਲਜੀਤ ਸਿੰਘ ਨੂੰ ਮਿਲਣ ਵਾਸਤੇ, ਲੋਕ ਕਿਵੇਂ ਉਹਦੇ ਮਗਰ ਪਿੰਡਾਂ 'ਚ ਪੈ ਗਏ ਸੀ, ਪਿੰਡਾਂ 'ਚ ਕੋਈ ਲੰਘਣ ਨਹੀਂ ਦਿੰਦਾ ਸੀ। ਬੜੇ ਥਾਵਾਂ 'ਤੇ ਸਾਰਾ ਕੁਛ ਹੁੰਦਾ। ਹੁਣ ਇਹਨਾਂ ਨੇ ਕਹਿੰਦੇ ਅਸੀਂ ਤਿਰੰਗਾ ਯਾਤਰਾ ਕੱਢਾਂਗੇ। ਉਮੀਦ ਇਹਨਾਂ ਨੂੰ ਇਹ ਕਿ ਜੋ ਤਿਰੰਗਾ ਯਾਤਰਾ ਅਸੀਂ ਹੱਥ 'ਚ ਤਿਰੰਗਾ ਝੰਡਾ ਹੋਇਆ ਲੈ ਕੇ ਤੁਰੇ ਤੇ ਕਿਸਾਨ ਸਾਡੇ ਗੱਲ ਪੈਣਗੇ। ਜਦੋਂ ਕਿਸਾਨ ਗੱਲ ਪੈਣਗੇ ਤਾਂ ਫਿਰ ਅਸੀਂ ਕਹਿ ਦਾਂਗੇ ਵੀ ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਅੱਤਵਾਦੀ ਹੈ, ਇਹ ਵੱਖਵਾਦੀ ਹੈ, ਇਹ ਖਾਲਿਸਤਾਨੀ ਹੈ, ਇਹ ਮਾਓਵਾਦੀ ਹੈ। ਉਹਨਾਂ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲਾਉਣਗੇ। ਇਸ ਕਰਕੇ ਜਿਹੜੀ ਕਿਸਾਨ ਮੋਰਚੇ ਦੀ ਲੀਡਰਸ਼ਿਪ ਆ ਬੜੀ ਸਿਆਣੀ ਹੈ। ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਾਂਗੇ। ਉਹਨਾਂ ਨੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਤੰਦੂਆ ਜਾਲ ਵਿਛਾ ਰਹੀ ਹੈ ਨਾ, ਤੁਸੀਂ ਇਸ ਤੰਦੂਆ ਜਾਲ 'ਚ ਫਸਣਾ ਨਹੀਂ। ਇਹ ਤੁਹਾਨੂੰ ਪ੍ਰਵੋਕ ਕਰਨਾ ਚਾਹੁੰਦੇ ਹੈ, ਪ੍ਰਵੋਕ ਕਰਕੇ ਤੁਹਾਨੂੰ ਇਹ ਚਾਹੁੰਦੇ ਤੁਸੀਂ ਇਹਨਾਂ ਦੇ ਗਲ ਪਾਓ। ਜਦੋਂ ਤੁਸੀਂ ਇਹਨਾਂ ਦੇ ਗਲ ਪਏ, ਤਿਰੰਗਾ ਕਿਤੇ ਡਿੱਗ ਪਿਆ, ਆਪਦੀ ਆਪ ਹੀ ਡਿੱਗ ਦੇਣਗੇ। ਇਹਨਾਂ ਨੂੰ ਕਿਹੜਾ ਕੋਈ ਦੇਸ਼ ਭਗਤੀ, ਇਹਨਾਂ ਨੇ ਦੇਸ਼ ਦੀ ਖਾਤਰ ਤਾਂ ਕੋਈ ਲੜਾਈ ਲੜੀ ਨਹੀਂ, ਆਜ਼ਾਦੀ ਦੀ ਲੜਾਈ ਲੜੀ ਨਹੀਂ, ਤਿਰੰਗੇ ਦੀ ਲੜਾਈ ਨਹੀਂ ਲੜੀ। ਜਿਹਨੇ ਲੜੀ ਹੁੰਦੀ ਹੈ ਉਹਨੂੰ ਮੋਹ ਹੁੰਦਾ ਹੈ। ਇਹਨਾਂ ਨੇ ਵੀ ਕੁਛ ਕਰਨਾ ਨਹੀਂ ਤੇ ਫਿਰ ਤੁਹਾਡੇ ਨਾਲ ਭੈੜੀ ਹੋਣੀ। ਇਸ ਕਰਕੇ ਮਤਲਬ ਬਿਹਤਰ ਇਹ ਹੈ ਕਿ ਆਪਾਂ ਬਦਨਾਮ ਨਾ ਹੋਈਏ। ਇਹ ਸਾਨੂੰ ਦੇਸ਼ ਦੇ ਵਿੱਚ ਬਦਨਾਮ ਕਰਕੇ ਤੇ ਇਸ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੇ। ਸੋ ਉਹਨਾਂ ਨੇ ਜਿਹੜੀ ਅਪੀਲ ਕੀਤੀ ਹੈ, ਮੇਰੇ ਖਿਆਲ ਮੁਤਾਬਕ ਉਹਨਾਂ ਨੇ ਅਪੀਲ ਠੀਕ ਕੀਤੀ ਹੈ। ਔਰ ਕਿਸਾਨਾਂ ਨੂੰ ਵੀ ਚਾਹੀਦਾ, ਹਰਿਆਣੇ ਦੇ ਕਿਸਾਨਾਂ ਨੂੰ, ਕਿ ਉਹਦਾ ਵਿਰੋਧ ਨਾ ਕਰਨ, ਤਿਰੰਗਾ ਯਾਤਰਾ ਕੱਢਣ ਦਿਓ। ਪਰ ਉਹਨੇ ਕਿਹਾ ਕਿ ਜੇ ਬਾਕੀ ਪੋਲੀਟੀਕਲ ਫੰਕਸ਼ਨ ਕਰਨਗੇ ਫਿਰ ਅਸੀਂ ਵਿਰੋਧ ਕਰਾਂਗੇ। ਤਿਰੰਗਾ ਯਾਤਰਾ ਦਾ ਕੋਈ ਵਿਰੋਧ ਨਹੀਂ, ਦੂਜਾ ਅਸੀਂ ਪੋਲੀਟੀਕਲ ਫੰਕਸ਼ਨ ਕੋਈ ਹੋਣ ਨਹੀਂ ਦੇਵਾਂਗੇ। ਜੀ ਢਿੱਲੋਂ ਸਾਹਿਬ, ਅਗਲੀ ਖਬਰ ਜਿਹੜੀ ਆ ਉਹ ਥਰਮਲ
ਪਾਵਰ ਪਲਾਂਟਾਂ ਨਾਲ ਜੁੜੀ ਹੋਈ ਹੈ ਕਿ ਬਣਾਵਾਲਾ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਆ ਕਹਿੰਦੇ ਮੁੜ ਚਾਲੂ ਹੋ ਗਿਆ। ਦੇਖੋ ਗੱਲ ਇਹ ਵੀ ਉਹ ਨਹੀਂ ਚਾਲੂ ਹੋਣਾ ਹੀ ਸੀ ਜੀ, ਕਿਉਂਕਿ ਜਿਹੜੇ ਬਿਜਲੀ ਨਾਲ ਸਮਝੌਤੇ ਹੋਏ ਆ, ਬਿਜਲੀ ਦੇ ਮੁੱਦੇ ਤੇ ਸਮਝੌਤੇ ਹੋਏ ਆ, ਉਹਨਾਂ ਸਮਝੌਤਿਆਂ ਦੇ ਵਿੱਚ ਇੱਕ ਮੱਦ ਪਾਈ ਹੋਈ ਹੈ ਜੀ, ਕਿ ਤੁਹਾਨੂੰ ਅਸੀਂ ਜਿਹੜਾ ਹੈਗਾ ਉੱਕਾ ਪੁੱਕਾ ਇੰਨਾ ਪੈਸਾ ਦੇਵਾਂਗੇ, ਕਿਉਂਕਿ ਇਹਨਾਂ ਨੇ ਜਦੋਂ ਬਿਜਲੀ ਸਮਝੌਤੇ ਕੀਤੇ ਹੈ ਉਦੋਂ ਲੋੜ ਨਹੀਂ ਦੇਖੀ ਕਿ ਸਾਨੂੰ ਲੋੜ ਕਿੰਨੀ ਹੈ ਜੀ, ਜਿੰਨੀ ਲੋੜ ਸੀ ਉਸ ਲੋੜ ਤੋਂ ਕਿਤੇ ਵੱਧ ਜਿਹੜੇ ਹੈਗੇ ਬਿਜਲੀ ਖਰੀਦਣ ਦੇ ਸਮਝੌਤੇ ਕਰ ਰਹੇ ਜੀ, ਤੇ ਉਹਨਾਂ ਨੂੰ ਕਹਿਦਾ ਕਿ ਤੁਸੀਂ ਇੰਨੀ ਬਿਜਲੀ ਪੈਦਾ ਕਰੋ, ਅਸੀਂ ਤੁਹਾਡੀ ਬਿਜਲੀ ਲਈਏ ਨਾ ਲਈਏ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਅਸੀਂ ਤੁਹਾਨੂੰ ਪੈਸੇ ਪੂਰੇ ਦੇ ਪੂਰੇ ਦੇ ਦਾਂਗੇ ਉਹਨੀ ਪ੍ਰੋਡਕਸ਼ਨ ਦੇ। ਜੀ, ਮੰਨ ਲਓ ਆਮ ਹਾਲਤਾਂ ਦੇ ਵਿੱਚ ਆਪਾਂ ਨੂੰ 700 ਮੈਗਾਵਾਟ ਚਾਹੀਦੀ ਹੈ, 7000 ਮੈਗਾਵਾਟ ਚਾਹੀਦੀ ਹੈ, ਜੀ, ਤੇ ਜਦੋਂ ਪੀਕ ਟਾਈਮ ਆਉਂਦਾ 13-14 ਚਾਹੀਦੀ ਹੈ। ਜੀ, ਇਹਨਾਂ ਨੇ ਪੀਕ ਟਾਈਮ ਵਾਲੇ ਸਮਝੌਤੇ ਕਰ ਲਏ ਕਿ 13-14 ਦਾ ਅਸੀਂ ਤੁਹਾਨੂੰ ਦੇਵਾਂਗੇ। ਜੀ, ਹੁਣ ਜਦੋਂ ਪੀਕ ਟਾਈਮ ਆਉਂਦਾ, ਜੇ ਹੁਣ ਪੀਕ ਟਾਈਮ ਹੈ, ਪੀਕ ਟਾਈਮ ਵੇਲੇ ਕਹਿੰਦੇ ਜੀ ਪ੍ਰੋਡਕਸ਼ਨ ਬੰਦ ਹੋ ਗਈ, ਜੀ, ਖਰਾਬ ਹੋ ਗਿਆ। ਜਦੋਂ ਪੀਕ ਟਾਈਮ ਨਹੀਂ ਉਦੋਂ ਕਹਿੰਦੇ ਜੀ ਸਾਡੇ ਕੋਲ ਤਾਂ ਪ੍ਰੋਡਕਸ਼ਨ ਵਾਧੂ ਹੈ, ਹੈਗੀ 13,000 ਦਿਓ ਪੈਸੇ, ਉਦੋਂ ਪੈਸੇ ਲੈ ਲੈਂਦੇ ਆ। ਜੀ, ਕਿਉਂਕਿ ਹੁਣ ਜਿਹੜਾ ਹੈਗਾ ਲੋਕਾਂ ਨੂੰ ਸਪਲਾਈ ਦੇਣੀ ਪੈਣੀ ਸੀਗੀ। ਜੀ, ਔਰ ਜਿਹੜੀ ਪਿਛਲੇ ਦਿਨਾਂ ਸੰਕਟ ਖੜਾ ਹੋਇਆ ਸੀ ਬਿਜਲੀ ਦਾ, ਉਹ ਇਸੇ ਕਰਕੇ ਹੋਇਆ ਸੀ। ਉਦੋਂ ਕਹਿੰਦੇ ਜੀ ਸਾਡਾ ਤਾਂ ਜਿਹੜਾ ਹੈਗਾ ਇੱਕ ਜਿਹੜਾ ਯੂਨਿਟ ਖਰਾਬ ਹੋ ਗਿਆ, ਮਾਰਚ ਦਾ ਖਰਾਬ ਆ ਯੂਨਿਟ, ਜੀ, ਮਾਰਚ ਤੋਂ ਖਰਾਬ ਹੀ ਪਿਆ ਸੀ। ਜੀ, ਤੇ ਹੁਣ ਜਦੋਂ ਬਾਰਿਸ਼ ਹੋ ਗਈ, ਬਿਜਲੀ ਦੀ ਲੋੜ ਨਹੀਂ ਰਹੀ, ਬਿਜਲੀ ਦੀ ਖਪਤ ਬਹੁਤ ਘੱਟ ਹੈ, ਤੇ ਕਹਿੰਦੇ ਜੀ ਉਹ ਠੀਕ ਹੋ ਗਿਆ। ਮਤਲਬ ਹੈ ਵੀ ਹੁਣ ਉਹਨੇ ਪੈਸੇ ਫੇਰ ਲੈਣੇ। ਉਹਦਾ ਕਾਰਨ ਇਹ ਵੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ CMD ਹੈ ਜਿਹੜਾ ਪਾਵਰਕਾਮ ਦਾ, ਜੀ, ਉਹਨੂੰ ਹੁਕਮ ਵੀ ਦਿੱਤਾ ਸੀ ਕਿ ਇਹਨਾਂ ਨਾਲ ਜਿਹੜੇ ਸਮਝੌਤੇ ਹੋਏ ਆ ਭਾਈ, ਇਹਨਾਂ ਸਮਝੌਤਿਆਂ ਦਾ ਰਿਵਿਊ ਕਰੋ ਜਾਂ ਇਹਨਾਂ ਨੂੰ ਰੱਦ ਕਰੋ। ਜਦੋਂ ਸਾਨੂੰ ਮੌਕੇ ਦੇ ਉੱਤੇ ਪੀਕ ਟਾਈਮ ਤੇ ਜਦੋਂ ਸਾਨੂੰ ਚਾਹੀਦੀ ਹੈ ਉਦੋਂ ਬਿਜਲੀ ਨਹੀਂ ਦਿੰਦੇ। ਔਰ ਜਿਹੜੀ ਵੱਡੀ ਗਲਤੀ ਅਕਾਲੀ ਸਰਕਾਰ ਤੋਂ ਰਹੀ ਹੈ, ਅਕਾਲੀ ਸਰਕਾਰ ਨੇ ਉਦੋਂ ਸਮਝੌਤੇ ਦੇ ਵਿੱਚ ਇਹ ਪਾਉਣਾ ਸੀ ਇਹਨਾਂ ਨੂੰ। ਹਾਲਾਂਕਿ ਰੈਗੂਲੇਟਰ ਨੇ ਗੱਲ ਕਹੀ ਸੀਗੀ ਕਿ ਤੁਸੀਂ ਸਟੇਟ ਦੇ ਹਿੱਤਾਂ ਨੂੰ ਮੁੱਖ ਰੱਖਣਾ ਹੈ, ਉਦੋਂ ਸਟੇਟ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਪੀਕ ਟਾਈਮ ਦੇ ਵਿੱਚ ਤੁਹਾਨੂੰ ਸਾਨੂੰ ਪੂਰੀ ਬਿਜਲੀ ਦੇਣੀ ਪੈਣੀ ਹੈ, ਜੇ ਨਾ ਬਿਜਲੀ ਦਿਓਗੇ ਤਾਂ ਭਾਈ ਤੁਹਾਨੂੰ ਜਿਹੜਾ ਜੁਰਮਾਨਾ ਰੱਖਿਆ, ਜੁਰਮਾਨਾ ਦਾ ਬਹੁਤ ਥੋੜ੍ਹਾ ਹੈ ਜੀ, ਉਹਨਾਂ ਨੂੰ ਬਚਦਾ ਬਾਹਲਾ, ਜੁਰਮਾਨਾ ਘੱਟ ਹੈ, ਜੁਰਮਾਨਾ ਅਗਲੇ ਦੇ ਦੇਣਗੇ। ਔਰ ਬਗੈਰ ਚਲਾਇਆ ਤੋਂ, ਬਗੈਰ ਕੋਲਾ ਖਤਮ ਕੀਤੇ ਤੋਂ ਜੇ ਪੈਸਾ ਮਿਲਦਾ ਉਹਨਾਂ ਨੂੰ ਤਾਂ ਲੈ ਕਮਾਉਣਗੇ। ਸੋ ਇਹ ਹੁਣ ਕਿਉਂਕਿ ਜੀ ਲੋੜ ਨਹੀਂ ਰਹੀ, ਇਸ ਕਰਕੇ ਹੁਣ ਬਿਜਲੀ ਦੇ ਹੁਣ ਕਹਿੰਦੇ ਜੀ ਯੂਨਿਟ ਠੀਕ ਹੋ ਗਿਆ, ਦਰੁਸਤ ਹੋ ਗਿਆ। ਜੀ ਜੀ, ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਸੀਂ ਆਪਣੀ ਟਿੱਪਣੀਆਂ ਦਿੱਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਲੈ ਕੇ ਆ ਰਹੇ ਹਾਂ ਜੀ ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਜੁੜਾਂਗੇ ਡਾਕਟਰ ਹਰਸ਼ਿੰਦਰ ਕੌਰ ਨਾਲ। ਧੰਨਵਾਦ ਜੀ, ਸ਼ੁਕਰੀਆ।